ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਭਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ ਰਾਗ, ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨਾ ਵਿਨਾਸਨ ਸੋਏ। ਕੋਠੇ ਮੰਡਪ ਮਾੜੀਆ, ਪਾਸੋ ਚਿਤਵੀਆ। ਢਠੀਆ ਕੰਮ ਨ ਆਵਨੀ, ਵਿੱਚ ਹੋ ਸਖਣੀਆ। ਕੋਠੇ ਮੰਡਪ ਮਾੜੀਆ, ਪਾਸੋ ਚਿਤਵੀਆ। ਢਠੀਆ ਕੰਮ ਨ ਆਵਨੀ, ਵਿੱਚ ਹੋ ਸਖਣੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਾਹੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ
ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਸਰਵਣ ਕਰਨਾ ਕੀਤਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਮਰਦਾਨੇ ਦਾ ਲੜਕਾ ਜੋ ਹੈ ਸ਼ਹਿਜ਼ਾਦਾ, ਉਹਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਭਾਈ ਮਰਦਾਨੇ ਦਾ ਅੰਤਮ ਅਸਥਾਨ ਜੋ ਹੈ ਖੁਰਮ ਜੋ ਸ਼ਹਿਰ ਹੈ ਉੱਥੇ ਜਦੋਂ ਲੈ ਕੇ ਜਾ ਰਹੇ ਸਨ, ਮੁਲਤਾਨ ਤੋਂ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਤੁਲੰਬਾ ਜਿਹੜਾ ਸ਼ਹਿਰ ਹੈ ਉੱਥੇ ਸਤਿਗੁਰੂ ਮਹਾਰਾਜ ਜੀ ਨੇ ਆਪਣਾ ਟਿਕਾਣਾ ਕਰਨਾ ਕੀਤਾ। ਸ਼ਹਿਜ਼ਾਦੇ ਨੇ ਕਿਹਾ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਂ ਜਾ ਕਰਕੇ ਸ਼ਹਿਰੋਂ ਪ੍ਰਸ਼ਾਦਾ ਪ੍ਰਾਪਤ ਕਰਨਾ ਕਰਾਂ। ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਸ਼ਹਿਜ਼ਾਦਾ ਜਦੋਂ ਨਗਰ ਦੇ ਵਿੱਚ ਗਿਆ, ਉੱਥੇ ਜਦੋਂ ਲੋਕਾਂ ਤੋਂ ਪਤਾ ਚੱਲਿਆ ਕਿ ਇੱਥੇ ਬਹੁਤ ਵੱਡਾ ਸੱਜਣ ਸੰਤ ਰਹਿੰਦਾ ਹੈ, ਤੇ ਉੱਥੇ ਜਦੋਂ ਗਏ ਜਾ ਕਰਕੇ ਵੇਖਣਾ ਕੀਤਾ, ਸੱਜਣ ਨੇ ਇੱਕ ਪਾਸੇ ਮਸਜਿਦ ਬਣਾਈ ਹੋਈ ਹੈ, ਦੂਜੇ ਪਾਸੇ ਮੰਦਿਰ ਬਣਾਇਆ ਹੋਇਆ, ਗਿਰਜਾ ਘਰ ਵੀ ਇਹਨੇ ਬਣਾਉਣਾ ਕੀਤਾ। ਤੇ ਕੋਈ ਹਿੰਦੂ ਆਵੇ, ਭਾਵੇਂ ਕੋਈ ਮੁਸਲਮਾਨ ਆਵੇ, ਭਾਵੇਂ ਕੋਈ ਈਸਾਈ ਆਵੇ, ਉਹਦੇ ਰਹਿਣ ਦਾ ਪੂਰਾ ਪ੍ਰਬੰਧ, ਖਾਣ ਪੀਣ ਦਾ ਪ੍ਰਬੰਧ ਇਹ ਕਰਦਾ ਸੀ। ਤੇ ਇਹਦੇ ਲਿਬਾਸ ਨੂੰ ਵੇਖ ਕਰਕੇ ਬਹੁਤ ਵੱਡਾ ਭਾਰੀ ਇਹਨੇ ਚਿੱਟਾ ਚੋਲਾ ਧਾਰਨ ਕਰਨਾ ਕੀਤਾ। ਭਾਰੀ ਲਿਬਾਸ ਵੇਖ ਕਰਕੇ, ਸੰਤਾਂ ਵਾਲਾ ਬਾਣਾ ਵੇਖ ਕਰਕੇ ਸ਼ਹਿਜ਼ਾਦਾ ਜੋ ਹੈ ਉਹ ਭਰਮਿਤ ਹੋ ਗਿਆ। ਤੇ ਸਾਧੂ ਸੰਤ ਜਾਣ ਕਰਕੇ ਜਦੋਂ ਗਿਆ ਸੱਜਣ ਦੇ ਕੋਲ, ਅੱਗੋਂ ਸੱਜਣ ਨੇ ਕਿਹਾ, ਭਾਈ ਤੂੰ ਕੌਣ ਹੈ, ਕਿੱਥੋਂ ਆਇਆ? ਸ਼ਹਿਜ਼ਾਦਾ ਕਹਿਣ ਲੱਗਾ ਕਿ ਮੈਂ ਬਹੁਤ ਦੂਰੋਂ ਆਇਆ ਹਾਂ, ਪੰਜਾਬ ਦੀ ਧਰਤੀ ਤੋਂ, ਤੇ ਮੈਂ ਮੀਰਾਸੀ ਹਾਂ, ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਜਜਮਾਨ ਹਨ। ਤੇ ਨਾਲ ਪੁੱਛਦਾ ਕਿ ਉਹ ਕਿੰਨੇ ਕੋ ਵੱਡੇ ਹਨ? ਤੇ ਸ਼ਹਿਜ਼ਾਦੇ ਨੇ ਕਿਹਾ, ਸਭ ਤੇ ਵੱਡਾ ਸਤਿਗੁਰੂ ਨਾਨਕ, ਗੁਰੂ ਨਾਨਕ ਦੇਵ ਜੀ ਮਹਾਰਾਜ ਤੇਰੇ ਤੋਂ ਵੀ ਮੇਰੇ ਤੋਂ ਵੀ ਆਰ ਬਲਾ ਕਰਕੇ ਕਿ ਭਾਈ ਇਹਨੂੰ ਲੈ ਕੇ ਜਾਓ, ਇਹਦੀ ਚੰਗੀ ਤਰ੍ਹਾਂ ਖਾਤਰੀ ਕਰਨਾ ਕਰੋ, ਇਹਦੀ ਸੇਵਾ ਕਰਨਾ ਕਰੋ। ਤੁਰੰਤ ਪਿਆਰਿਓ ਉਹਦੇ 3-4 ਬੰਦੇ ਲੈ ਕੇ ਗਏ, ਕਿਹਾ ਕਿ ਚੱਲ ਭਾਈ ਤੈਨੂੰ ਪ੍ਰਸ਼ਾਦਾ ਛਕਾਉਂਦੇ ਆ। ਪ੍ਰਸ਼ਾਦੇ ਦਾ ਬਾਨਾ ਲਾ ਕਰਕੇ ਲੈ ਕੇ ਗਏ ਤੇ ਗੁਪਤ ਤਹਿਖਾਨਾ ਜਿਹੜਾ ਉਹਦੇ ਵਿੱਚ ਲੈ ਕੇ ਜਾ ਕਰਕੇ ਹੱਥ ਪੈਰ ਬੰਨ ਦਿੱਤੇ, ਸ਼ਹਿਜ਼ਾਦੇ ਦੇ ਕੱਪੜੇ ਲਾ ਦਿੱਤੇ, ਬਹੁਤ ਇਹਨੂੰ ਮਾਰਨਾ ਕੁੱਟਣਾ ਕੀਤਾ। ਫਿਰ ਸ਼ਹਿਜ਼ਾਦੇ ਨੇ ਪਿਆਰਿਓ ਮਨ ਹੀ ਮਨ ਅਰਦਾਸ ਕੀਤੀ, ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੇਰੀ ਰਾਖੀ ਕਰਨਾ ਕਰੋ। ਮੈਂ ਤਾਂ ਸੱਜਣ ਸਮਝ ਕਰਕੇ, ਸੰਤ ਜਾਣ ਕਰਕੇ ਮੈਂ ਇਹਦੇ ਕੋਲ, ਇਹਦੇ ਡੇਰੇ ਦੇ ਵਿੱਚ ਆਇਆ। ਜੇ ਮੈਨੂੰ ਪਤਾ ਹੁੰਦਾ ਕਿ ਇਹ ਸਾਧੂ ਦੇ ਲਿਬਾਸ ਦੇ ਵਿੱਚ ਸ਼ੈਤਾਨ ਬੈਠਿਆ ਹੋਇਆ, ਮਹਾਰਾਜ ਮੈਂ ਕਦੇ ਇਹਦੇ ਲਾਗੇ ਨਹੀਂ ਲੱਗਣਾ ਸੀ। ਗਲਤੀ ਹੋਈ ਹੈ, ਮਹਾਰਾਜ ਕਿਰਪਾ ਕਰੋ, ਮੇਰੀ ਰਾਖੀ ਕਰਨਾ ਕਰੋ। ਜਦੋਂ ਪਿਆਰਿਓ ਮਨ ਹੀ ਮਨ ਇਹਨੇ ਬੇਨਤੀ ਕੀਤੀ, ਅਰਦਾਸ ਕਰਨੀ ਕੀਤੀ, ਸਤਿਗੁਰੂ ਮਹਾਰਾਜ ਜੀ ਨੇ ਭਾਈ ਬਾਲੇ ਦੇ ਤਾਈਂ ਵਚਨ ਕੀਤਾ, ਕਿਹਾ ਬਾਲਿਆ ਚੱਲ ਭਾਈ, ਸਾਡਾ ਸੇਵਕ ਜਿਹੜਾ ਹੈ ਮੁਸੀਬਤ ਦੇ ਵਿੱਚ ਫਸ ਗਿਆ। ਸਤਿਗੁਰੂ ਮਹਾਰਾਜ ਜਦੋਂ ਗਏ, ਜਾ ਕਰਕੇ ਸੱਜਣ ਨੂੰ ਪੁੱਛਿਆ ਕਿ ਸਾਡਾ ਮਿਰਾਸੀ ਆਇਆ ਹੈ? ਉਹ ਕਹਿਣ ਲੱਗਾ, ਨਹੀਂ ਜੀ, ਸਾਡੇ ਕੋਲ ਅੱਜ ਤੱਕ ਕੋਈ ਵੀ ਨਹੀਂ ਆਇਆ ਬੰਦਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉਹਨੂੰ ਵੇਖ ਕਰਕੇ, ਸਤਿਗੁਰੂ ਮਹਾਰਾਜ ਜੀ ਨੇ ਜਲਾਲ ਵਿੱਚ ਆ ਕਰਕੇ ਵਚਨ ਕੀਤਾ, ਪਾਪੀਆ ਕਿਉਂ ਸਾਨੂੰ ਝੂਠ ਮਾਰਦਾ, ਕਿਉਂ ਲੋਕਾਂ ਨੂੰ ਠੱਗਦਾ ਹੈ, ਕੀ ਲੋਕਾਂ ਨੇ ਤੇਰਾ ਵਿਗਾੜਾ ਕਰਨਾ ਕੀਤਾ? ਸਤਿਗੁਰੂ ਮਹਾਰਾਜ ਭਾਈ ਬਾਲੇ ਨੂੰ ਕਹਿਣ ਲੱਗੇ ਅੰਤਰਜਾਮਤਾ ਦੇ ਨਾਲ ਤੱਕ ਕਰਕੇ, ਜਾ ਭਾਈ ਬਾਲਾ ਉਹ ਫਲਾਣੇ ਅਸਥਾਨ ਤੇ ਇਹਨੇ ਸ਼ਹਿਜ਼ਾਦੇ ਨੂੰ ਬੰਨ ਕਰਕੇ ਰੱਖਿਆ, ਉਥੋਂ ਉਹਨੂੰ ਛੁਡਾ ਕਰਕੇ ਲੈ ਕੇ ਆਵੀਂ। ਭਾਈ ਮਰਦਾ ਬਾਲਾ ਜੀ ਜਦੋਂ ਚੱਲ ਗਏ, ਜਾ ਕਰਕੇ ਸ਼ਹਿਜ਼ਾਦੇ ਨੂੰ ਲੈ ਕੇ ਆਉਣਾ ਕੀਤਾ। ਇਹ ਚਾਹੁੰਦੇ ਤਾਂ ਸੀ ਸਤਿਗੁਰੂ ਮਹਾਰਾਜ ਜੀ ਨੂੰ ਮਾਰਨਾ, ਮਹਾਰਾਜ ਜੀ ਨੂੰ ਵੀ ਮਾਰ ਕੇ ਖਤਮ ਕਰ ਦੇਣਾ, ਲੇਕਿਨ ਕੋਈ ਵਾਹ ਨਹੀਂ ਚੱਲੀ ਹੈ, ਕੋਈ ਪੇਸ਼ ਨਹੀਂ ਚੱਲੀ ਸਤਿਗੁਰੂ ਮਹਾਰਾਜ ਜੀ ਦੇ ਅੱਗੇ। ਫਿਰ ਜਦੋਂ ਇਹ ਸੱਜਣ ਠੱਗ ਜਦੋਂ ਖੜੋਤਾ ਹੋਇਆ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਪਾਪੀਆ ਐਵੇਂ ਤੂੰ ਲੋਕਾਂ ਨੂੰ ਠੱਗਦਾ,
ਇਹ ਕਿਉਂ ਇੰਨਾ ਪਾਪ ਕਰਦਾ? ਮਾਇਆ ਦੇ ਕਾਰਨ। ਮਾਇਆ ਤਾਂ ਇੱਥੇ ਰਹਿ ਜਾਵੇਗੀ, ਲੇਕਿਨ ਇਹ ਪਾਪਾਂ ਨੇ ਤੇਰਾ ਖੈੜਾ ਨਹੀਂ ਛੱਡਣਾ। ਮਹਾਰਾਜ ਜੀ ਨੇ ਇਹਨੂੰ ਉਪਦੇਸ਼ ਦੇਣ ਵਾਸਤੇ ਸੂਹੀ ਰਾਗ ਦਾ ਸ਼ਬਦ ਉਚਾਰਨ ਕਰਨਾ ਕੀਤਾ। ਊਜਲ ਕਹਿਹਾਂ ਚਿਲਕਣਾ, ਘੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ, ਸੱਜਣ ਸਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ, ਤਿੱਥੈ ਖੜੇ ਦਿਸਨ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹ ਸ਼ਬਦ ਦਾ ਉਚਾਰਨ ਕਰਨਾ ਕੀਤਾ ਤੇ ਬਹੁਤ ਉਦਾਹਰਨਾਂ ਦੇ ਕਰਕੇ, ਦ੍ਰਿਸ਼ਟਾਂਤ ਦੇ ਕਰਕੇ ਮਹਾਰਾਜ ਜੀ ਨੇ ਸਮਝਾਇਆ ਹੈ। ਸਭ ਤੋਂ ਪਹਿਲੇ ਕਹਿਣ ਦਾ ਜਿਹੜਾ ਭਾਂਡਾ, ਜਿਹਦੀ ਪਿਆਰਿਓ ਆਪਾਂ ਕੱਲ ਦੇ ਦੀਵਾਨ ਦੇ ਵਿੱਚ ਵਿਚਾਰ ਕਰਕੇ ਆਏ ਹਾਂ। ਕਹਿਹਾਂ ਇੱਕ ਧਾਤੂ ਹੁੰਦੀ ਹੈ, ਕੱਚੀ ਧਾਤੂ, ਕਈ ਵਾਰੀ ਇਹਨੂੰ ਆਪਾਂ ਕਾਂਸਾ ਵੀ ਬੋਲਦੇ ਆ, ਤੇ ਹੁੰਦਾ ਪਿਆਰਿਓ ਬੜਾ ਚਿੱਟਾ ਹੁੰਦਾ, ਬੜਾ ਲਿਸ਼ਕਣਾ ਹੁੰਦਾ। ਜਦੋਂ ਇਹਨੂੰ ਤੁਸੀਂ ਰਗੜਨਾ ਕਰੋ, ਮਾਂਜਣਾ ਕਰੋ, ਜਿੰਨਾ ਰਗੜੀ ਜਾਓ ਅੰਦਰੋਂ ਚਿੱਟਾਪਣ ਨਹੀਂ ਨਿਕਲਦਾ, ਅੰਦਰੋਂ ਕਾਲਖ ਇਹਦੇ ਵਿੱਚੋਂ ਪ੍ਰਗਟ ਹੁੰਦੀ ਹੈ। ਇਹਦਾ ਮਤਲਬ ਕਿ ਇਹ ਦਿਖਦਾ ਔਰ ਹੈ ਤੇ ਹੁੰਦਾ ਕੁਛ ਔਰ। ਮਹਾਰਾਜ ਜੀ ਨੇ ਕਿਹਾ ਕਿ ਕਹਿਣ ਦੇ ਭਾਂਡੇ ਵਾਂਗੂ ਸੱਜਣ ਤੂੰ ਸੰਤ ਬਣ ਕਰਕੇ, ਸੱਜਣ ਬਣ ਕਰਕੇ ਬਾਹਰੀ ਚੋਲਾ ਪਾਇਆ, ਲੇਕਿਨ ਅੰਦਰੋਂ ਤੂੰ ਠੱਗ ਹੈ, ਤੂੰ ਪਾਪੀ ਹੈ, ਤੂੰ ਚੋਰ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਤੇ ਕਿਹਾ ਐਵੇਂ ਤੂਨੇ ਆਪਣਾ ਨਾਮ ਸੱਜਣ ਧਰਨਾ ਕੀਤਾ, ਲੇਕਿਨ ਅਸਲ ਦੇ ਵਿੱਚ ਪਰਮਾਤਮਾ ਜੋ ਹੈ, ਪਰਮਾਤਮਾ ਦਾ ਨਾਮ ਜੋ ਹੈ ਉਹ ਸੱਜਣ ਹੈ ਤੇ ਉਹ ਜੀਵ ਦੇ ਨਾਲ ਨਿਭਦਾ। ਜਿੱਥੇ ਲੇਖਾ ਮੰਗੀ ਹੈ, ਜਿੱਥੇ ਲੇਖਾ ਮੰਗਿਆ ਜਾਂਦਾ ਉਥੇ ਉਹ ਖੜੇ ਦਿਸਨ, ਉਹ ਜੀਵ ਦੀ ਬਾਉੜੀ ਕਰਦਾ ਹੈ, ਜੀਵ ਦੀ ਉਹ ਸੱਜਣ ਪਰਮਾਤਮਾ ਰਾਖੀ ਕਰਦਾ। ਇੱਥੋਂ ਤੱਕ ਪਿਆਰਿਓ ਰਹਾਉ ਦੀ ਪੰਕਤੀ ਤੱਕ ਆਪਾਂ ਨੇ ਪਿਛਲੇ ਦੀਵਾਨਾਂ ਦੇ ਵਿੱਚ, ਕਿਉਂਕਿ ਨਿਜਤ ਸਮਾਂ ਦੀ ਸਮਾਪਤੀ ਹੋਈ ਸੀ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਹਾਉ ਕੋਠੇ ਮੰਡਪ ਮਾੜੀਆ, ਪਾਸੋ ਚਿਤ ਬਿਆਹ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰਹਾਉ ਤੋਂ ਬਾਅਦ ਮਹਾਰਾਜ ਜੀ ਨੇ ਦੂਜੇ ਪਦੇ ਦੇ ਵਿੱਚ ਦੂਜਾ ਦ੍ਰਿਸ਼ਟਾਂਤ ਦਿੱਤਾ। ਪਹਿਲਾ ਪਦਾ ਜਦੋਂ ਇਹਦੇ ਪ੍ਰਥਾਏ ਉਚਾਰਨ ਕੀਤਾ, ਮਹਾਰਾਜ ਜੀ ਨੇ ਕਹਿਣ ਦਾ ਭਾਂਡਾ ਉਹਦੀ ਉਦਾਹਰਨ ਦਿੱਤੀ ਹੈ ਕਿ ਕਹਿਣ ਦਾ ਭਾਂਡਾ ਜਿਹੜਾ ਬਾਹਰੋਂ ਤਾਂ ਬੜਾ ਚਮਕਦਾ ਲੇਕਿਨ ਅੰਦਰ ਗੰਦਗੀ ਦੇ ਨਾਲ, ਕਾਲਖਤਾਈ ਦੇ ਨਾਲ ਉਹ ਭਰਿਆ ਹੋਇਆ ਹੁੰਦਾ। ਸਤਿਗੁਰੂ ਮਹਾਰਾਜ ਜੀ ਨੇ ਦੂਜੇ ਬੰਦ ਦੇ ਵਿੱਚ ਜੋ ਕੋਠਾ ਹੁੰਦਾ ਹੈ, ਮਹਿਲ ਮਾੜੀ ਜਿਹਨੂੰ ਆਪਾਂ ਬੋਲਦੇ ਆ, ਵੱਡਾ ਸਾਰਾ ਮਕਾਨ ਆਪਾਂ ਬਣਾਉਂਦੇ ਆ। ਕਈ ਵਾਰੀ ਪਿਆਰਿਓ ਕੀ ਹੁੰਦਾ, ਅੰਦਰੋਂ ਉਹਦਾ ਬੇਸਮੈਂਟ ਚੰਗਾ ਨਾ ਹੋਵੇ, ਅੰਦਰੋਂ ਜੇ ਖਾਲੀ ਹੋਵੇ, ਅੰਦਰੋਂ ਉਹ ਸਖਣਾ ਹੋਵੇ, ਮਜ਼ਬੂਤੀ ਨਾ ਹੋਵੇ, ਬਾਹਰੀ ਤੌਰ ਤੇ ਜਿੰਨਾ ਮਰਜ਼ੀ ਤੁਸੀਂ ਉਹਦਾ ਰੂਪ ਰੰਗ ਸਵਾਰਨ ਦਾ ਯਤਨ ਕਰੋ, ਲੇਕਿਨ ਜਿਹੜਾ ਅੰਦਰੋਂ ਸਖਣਾ ਹੁੰਦਾ ਉਹ ਇੱਕ ਦਿਨ ਗਿਰ ਜਾਂਦਾ, ਉਹਦੀ ਮਿਆਦ ਜ਼ਿਆਦੀ ਨਹੀਂ ਹੁੰਦੀ ਹੈ। ਇਸ ਕਰਕੇ ਤਾਂ ਪਿਆਰਿਓ ਜਦੋਂ ਵੀ ਆਪਾਂ ਘਰ ਬਣਾਉਂਦੇ ਆ, ਮਕਾਨ ਬਣਾਉਂਦੇ ਆ, ਇਹ ਧਿਆਨ ਦਿੱਤਾ ਜਾਂਦਾ ਕਿ ਮਜ਼ਬੂਤੀ ਦਾ ਆਪਾਂ ਪੂਰਾ ਧਿਆਨ ਰੱਖਦੇ। ਅੱਜ ਤਾਂ ਇੰਨੀਆਂ ਬਿਲਡਿੰਗਾਂ ਬਣ ਗਈਆਂ, ਬਹੁ ਮੰਜ਼ਿਲਾ ਇਮਾਰਤਾਂ ਬਣਦੀਆਂ, ਤੇ ਫਿਰ ਅੰਦਰੋਂ ਜੋ ਪੱਕਾ ਹੋਵੇ, ਬੇਸਮੈਂਟ ਜਿਹਦਾ ਪੱਕਾ ਹੋਵੇ, ਨੀਂਵ ਜਿਹਦੀ ਪੱਕੀ ਹੋਵੇ, ਉਹ ਇਮਾਰਤ ਬਹੁਤ ਬੁਲੰਦੀਆਂ ਨੂੰ ਛੂੰਹਦੀ ਹੈ, ਉਹ ਛੇਤੀ ਢਹਿ ਨਹੀਂ ਹੁੰਦੀ। ਲੇਕਿਨ ਅੰਦਰੋਂ ਜੋ ਹੈ ਖਾਲੀ ਹੋਵੇ, ਉਹਦਾ ਪਿਆਰਿਓ ਕੋਈ ਗਾਰੰਟੀ ਆਪਾਂ ਦੇ ਨਹੀਂ ਸਕਦੇ ਹਾਂ। ਮਹਾਰਾਜ ਜੀ ਨੇ ਇਹ ਜੋ ਘਰ ਦੀ ਉਦਾਹਰਣ ਜਿਹੜੀ ਹੈ ਸਤਿਗੁਰੂ ਮਹਾਰਾਜ ਜੀ ਨੇ ਵਰਤਨੀ ਕੀਤੀ, ਕਿਹਾ ਕੋਠੇ ਮੰਡਪ ਮਾੜੀਆ। ਕਈ ਕੋਠੇ ਜੋ ਹਨ ਬਣਾਉਂਦੇ ਹਨ, ਤੇ ਮੰਡਪ ਦਾ ਭਾਵ ਕਿ ਮੰਡੂਆ ਜਿਹੜਾ ਹੈ, ਜਿਹਨੂੰ ਆਪਾਂ ਛੱਤ ਬੋਲਦੇ ਹਾਂ।
ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ 4 ਕੰਧਾਂ ਬਣਾ ਕਰਕੇ ਆਪਨੇ ਵੀ ਵੇਖਿਆ ਹੋਵੇਗਾ, ਗਰੀਬੀ ਹੁੰਦੀ ਸੀ ਜਾਂ ਜ਼ਿਆਦੀ ਆਧੁਨਿਕਤਾ ਨਹੀਂ ਹੁੰਦੀ ਸੀ। 4 ਕੰਧਾਂ ਬਣਾ ਕਰਕੇ ਤੇ ਫਿਰ ਲੱਕੜ ਵਿਚਕਾਰ ਜਿਹੜਾ ਬਰੇਂਡਾ ਦੇ ਕਰਕੇ ਉਹਦੇ ਵਿੱਚ ਘਾਹ ਆਦਿਕ ਜਿਹੜਾ ਹੈ ਝੌਂਪੜਾ ਬਣਾਇਆ ਜਾਂਦਾ। ਲੇਕਿਨ ਕਈ ਲੋਕ ਕੀ ਕਰਦੇ ਹਨ, ਮੰਡੂਆ, ਮੰਡਪ ਦਾ ਮਤਲਬ ਕਿ ਛੱਤ ਪਾਉਣਾ, ਕੋਠਾ ਬਣਾ ਲਿਆ, ਛੱਤ ਪਾ ਲਿਆ ਤੇ ਮਾੜੀਆਂ ਜੋ ਹਨ ਕਈ ਬਹੁ ਮੰਜ਼ਲਾ ਇਮਾਰਤ ਬਣਾਉਂਦੇ ਹਨ। ਪਾਸਹੁ ਚਿਤਵੀਆਹ ਆਪਣੇ ਵੱਲੋਂ ਫਿਰ ਉਹਦੇ ਉੱਤੇ ਚੰਗੀ ਚਿੱਤਰਕਾਰੀ ਕਰਦੇ ਹਨ, ਮੀਨਾਕਾਰੀ ਕਰਦੇ ਹਨ, ਤਰ੍ਹਾਂ ਤਰ੍ਹਾਂ ਦੀ ਪੇਂਟਿੰਗ ਕਰਦੇ ਹਨ। ਕਈ ਵਾਰੀ ਆਪਨੇ ਵੀ ਵੇਖਿਆ ਹੋਵੇਗਾ ਕਿ ਜਿਹੜੇ ਮਾਇਆਧਾਰੀ ਹੁੰਦੇ ਜਾਂ ਇਹਨਾਂ ਪਾਸੇ ਜੋ ਵਧੀਆ ਜ਼ਿਆਦੇ ਲੱਗੇ ਹੋਏ ਘਰ ਬਣਾਉਣਾ, ਘਰ ਦੇ ਵਿੱਚ ਬਹੁਤ ਜ਼ਿਆਦੀ ਚਿੱਤਰਕਾਰੀ ਕੀਤੀ ਜਾਂਦੀ ਹੈ, ਪੇਂਟਿੰਗ ਕਰਦੇ ਹਨ ਜਾਂ ਤਰ੍ਹਾਂ ਤਰ੍ਹਾਂ ਦੇ ਰੰਗ ਜਿਹੜੇ ਹਨ ਵੱਖਰੇ ਵੱਖਰੇ ਉਹਦਾ ਕੰਬੀਨੇਸ਼ਨ ਬਣਾਇਆ ਜਾਂਦਾ। ਭਾਵੇਂ ਇਸ ਤਰ੍ਹਾਂ ਕੋਈ ਬੰਦਾ ਬਣਾ ਲਵੇ। ਢਠੀਆ ਕੰਮ ਨਾ ਆਵਨੀ ਵਿੱਚ ਹੋ ਸਖਣੀਆ। ਸਤਿਗੁਰੂ ਮਹਾਰਾਜ ਜੀ ਨੇ ਅਗਲੀ ਪੰਕਤੀ ਵਿੱਚ ਬਚਨ ਕਰ ਦਿੱਤਾ, ਅਨਵੈ ਕਰਕੇ ਇਹਦੇ ਅਰਥ ਲੱਗਣਗੇ। ਵਿੱਚ ਹੋ ਸਖਣੀਆ ਜਿਹੜੇ ਪਿਆਰਿਓ ਬੇਸ਼ੱਕ ਬਾਰੀ ਦਾ ਬਹੁਤ ਵਧੀਆ ਰੂਪ ਰੰਗ ਹੋਵੇ, ਤਰ੍ਹਾਂ ਤਰ੍ਹਾਂ ਦੀ ਪੇਂਟਿੰਗ ਕਿਉਂ ਨਾ, ਚਿੱਤਰਕਾਰੀ ਕਿਉਂ ਨਾ ਕੀਤੀ ਗਈ ਹੋਵੇ, ਲੇਕਿਨ ਜੋ ਅੰਦਰੋਂ ਸਖੜੇ ਹਨ, ਅੰਦਰੋਂ ਖਾਲੀ ਹਨ, ਜਾਂ ਜਿਹਦਾ ਬੇਸਮੈਂਟ ਖਾਲੀ ਭੋਗ ਰਾਜਾ ਹੁੰਦਾ ਤੇ ਥੋੜਾ ਕੋ ਮੀਂਹ ਪੈ ਜਾਵੇ ਜਾਂ ਹਨੇਰੀ ਆ ਜਾਵੇ ਜਾਂ ਬਹੁਤ ਵੱਡਾ ਤੂਫਾਨ ਆ ਜਾਵੇ, ਭੂਚਾਲ ਆ ਜਾਵੇ ਤੇ ਉਹ ਮਕਾਨ ਜਿਹੜੇ ਹਨ ਗਿਰ ਜਾਂਦੇ ਹਨ। ਇੱਕ ਵਾਰੀ ਪਿਆਰਿਓ ਮਕਾਨ ਜੇ ਗਿਰ ਜਾਵੇ ਤੇ ਸਾਰਾ ਉਹਦਾ ਰੂਪ ਰੰਗ, ਕਲਰ ਆਦਿਕ, ਪਲਸਤਰ ਆਦਿਕ ਜੋ ਆਪਾਂ ਖਰਚ ਕਰਦੇ ਆ ਉਹ ਸਭ ਕੁਝ ਜਿਹੜਾ ਹੈ ਵਿਅਰਥ ਚੱਲ ਜਾਂਦਾ। ਕਈ ਵਾਰੀ ਆਪਨੇ ਵੀ ਵੇਖਿਆ ਹੋਵੇਗਾ ਜਦੋਂ ਮਕਾਨ ਬਣਾਉਂਦੇ, ਪੁਰਾਣਾ ਮਕਾਨ ਪਿਆਰਿਓ ਜਦੋਂ ਢਾਹ ਦਿਓ ਤੇ ਉਸ ਵੇਲੇ ਉਹਦੀਆਂ ਇੱਟਾਂ ਖਰਾਬ ਹੋ ਜਾਂਦੀਆਂ। ਉਹਦੇ ਉੱਤੇ ਜਿੰਨਾ ਮਰਜ਼ੀ ਤੁਸੀਂ ਖਰਚ ਕਰਨਾ ਕੀਤਾ, ਤਰ੍ਹਾਂ ਤਰ੍ਹਾਂ ਦੀ ਉਹਦੇ ਵਿੱਚ ਚਿੱਤਰਕਾਰੀ ਕੀਤੀ ਕਿਉਂ ਨਾ ਹੋਵੇ, ਲੇਕਿਨ ਜਦੋਂ ਉਹ ਘਰ ਗਿਰ ਜਾਵੇ, ਢਹਿ ਜਾਵੇ, ਉਹ ਸਭ ਵਿਅਰਥ ਹੋ ਜਾਂਦਾ, ਸਭ ਜੋ ਹੈ ਧਰਤੀ ਦੇ ਵਿੱਚ ਸਮਾ ਜਾਂਦਾ। ਇਹ ਮਹਾਰਾਜ ਜੀ ਨੇ ਦੂਜਾ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ ਕਿ ਜਿਸ ਤਰ੍ਹਾਂ ਕਿ ਜਿਹਦੀ ਨੀਂਵ ਪੱਕੀ ਨਾ ਹੋਵੇ, ਜਿਹੜਾ ਅੰਦਰੋਂ ਖਾਲੀ ਹੋਵੇ ਨਾ ਘਰ, ਬਾਹਰੋਂ ਜਿੰਨਾ ਮਰਜ਼ੀ ਉਹਦਾ ਰੰਗ ਤੁਸੀਂ ਸਵਾਰਨਾ ਕਰੋ, ਉਹਦਾ ਰੂਪ ਸਵਾਰਨਾ ਕਰੋ, ਲੇਕਿਨ ਜਿਹਦੀ ਨੀਂਵ ਮਜ਼ਬੂਤ ਨਹੀਂ ਹੁੰਦੀ ਹੈ, ਜਦੋਂ ਉਹ ਗਿਰ ਜਾਂਦਾ ਤੇ ਬਾਹਰੀ ਰੂਪ ਰੰਗ ਸਭ ਵਿਅਰਥ ਹੋ ਜਾਂਦਾ। ਇਸ ਤਰ੍ਹਾਂ ਹੀ ਸਤਿਗੁਰੂ ਜੀ ਕਹਿਣ ਲੱਗੇ, ਸੱਜਣਾ ਤੂੰ ਵੀ ਸੁਣਨਾ ਕਰ, ਅੰਦਰੋਂ ਤੂੰ ਖਾਲੀ ਹੈ, ਨਾਮ ਤੋਂ ਬਗੈਰ ਤੂੰ ਖਾਲੀ ਹੈ, ਤੂੰ ਅੰਦਰੋਂ ਸਖਣਾ ਹੈ ਸੇਵਾ ਸਿਮਰਨ ਤੋਂ ਬਗੈਰ। ਬਾਰੀ ਤੂਨੇ ਆਪਣਾ ਰੂਪ ਰੰਗ ਬਣਾਉਣਾ ਕੀਤਾ, ਵਧੀਆ ਚੋਲਾ ਪਾਇਆ, ਸੰਤਾਂ ਵਾਲਾ ਲਿਬਾਸ ਧਾਰਨ ਕਰਨਾ ਕੀਤਾ, ਲੇਕਿਨ ਸੱਚ ਜਾਣ ਜਦੋਂ ਇਹ ਸਰੀਰ ਢਹਿ ਹੋ ਜਾਵੇਗਾ ਨਾ ਤੇ ਇਹ ਸਾਰਾ ਰੂਪ ਰੰਗ ਤੇਰਾ ਵਿਅਰਥ ਹੋ ਜਾਂਦਾ ਹੈ। ਕਿਉਂਕਿ ਪਿਆਰਿਓ ਆਪਾਂ ਵੇਖਦੇ ਹਾਂ ਜਦੋਂ ਬੰਦਾ ਮਰ ਜਾਵੇ, ਭਾਵੇਂ ਜਿੰਨਾ ਮਰਜੀ ਤੁਸੀਂ ਸ਼ਿੰਗਾਰ ਹਾਰ ਕਰਨਾ ਕਰੋ, ਜਿੰਨਾ ਮਰਜੀ ਤੁਸੀਂ ਆਪਣਾ ਰੂਪ ਰੰਗ ਸਵਾਰਨਾ ਕਰੋ, ਗਹਿਣੇ ਗੱਟੇ ਪਾਉਣਾ ਕਰੋ, ਇੱਕ ਵਾਰੀ ਜੇ ਬੰਦਾ ਮਰ ਜਾਵੇ, ਸਰੀਰ ਜੇ ਖਤਮ ਹੋ ਗਿਆ ਤੇ ਉਹਦਾ ਰੂਪ ਰੰਗ ਜਿਹੜਾ ਸਭ ਵਿਅਰਥ ਚੱਲ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਿ ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਜਿਹੜਾ ਬੰਦਾ ਮਰ ਜਾਵੇ, ਮਰੇ ਹੋਏ ਬੰਦੇ ਦਾ ਜਿੰਨਾ ਮਰਜੀ ਸ਼ਿੰਗਾਰ ਕਰਨਾ ਕਰੋ ਪਿਆਰਿਓ, ਸਭ ਵਿਅਰਥ ਚੱਲ ਜਾਂਦਾ ਹੈ। ਇਸ ਤਰ੍ਹਾਂ ਹੀ ਤੇਰਾ ਜਿਹੜਾ ਹੈ ਇਹ ਕੀਤਾ ਕਰਾਇਆ ਸਭ ਵਿਅਰਥ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਸਤਿਗੁਰੂ ਮਹਾਰਾਜ ਜੀ ਨੇ ਹੁਣ ਤੀਜੇ ਬੰਦ ਦੇ ਵਿੱਚ ਤੀਜਾ ਦ੍ਰਿਸ਼ਟਾਂਤ ਉਦਾਹਰਣ ਦੇ ਕਰਕੇ ਸਮਝਾਉਣ ਦਾ ਯਤਨ ਕੀਤਾ। ਬੱਗਾ ਦਾ ਮਤਲਬ ਕਿ ਜਿਹੜਾ ਬਗਲਾ ਹੁੰਦਾ ਉਹਨੂੰ ਬੱਗਾ ਬੋਲਦੇ। ਬਗਲਾ ਕਿਉਂ ਬੋਲਦੇ? ਕਿਉਂਕਿ ਪਿਆਰਿਓ ਬਗਲਾ ਜਿਹੜਾ ਹੈ ਇਹ ਇੱਕਦਮ ਚਿੱਟਾ ਹੁੰਦਾ ਤੇ ਬੱਗਾ, ਤੇ ਜਿਸ ਤਰ੍ਹਾਂ ਬਗਲਾ ਜਿਹੜਾ ਹੈ ਤੀਰਥਾਂ ਦੇ ਵਿੱਚ, ਜਿੱਥੇ ਵੀ ਪਿਆਰਿਓ ਤੀਰਥ ਹੁੰਦੇ ਹਨ, ਤੀਰਥ ਦਾ ਸੰਬੰਧ ਜਿਹੜਾ ਪਾਣੀ ਦੇ ਨਾਲ ਹੁੰਦਾ। ਤੇ ਆਪ ਜੀ ਵੇਖਿਓ ਜਿੱਥੇ ਵੀ ਪਾਣੀ ਦੇ ਸੋਮੇ ਹੁੰਦੇ ਉੱਥੇ ਬਗਲੇ ਬਹੁਤ ਜ਼ਿਆਦੇ ਹੁੰਦੇ ਹਨ।
ਜਿੱਥੇ ਪਾਣੀ ਦਾ ਜ਼ਿਆਦਾ ਪ੍ਰਬੰਧ ਸੋਮਾ ਨਾ ਹੋਵੇ ਉਥੇ ਬਗਲੇ ਆਪ ਨੂੰ ਨਜ਼ਰ ਨਹੀਂ ਆਉਂਦੇ। ਆ ਲਾਗਿਓਂ ਪਿਆਰਿਓ ਗੋਦਾਵਰੀ ਦਰਿਆ ਨਦੀ ਵਗਦੀ ਹੈ, ਕਦੇ ਸਮਾਂ ਕੱਢ ਕੇ ਜਾਓ, ਕਿਉਂਕਿ ਸਮਾਂ ਸਾਡੇ ਕੋਲ ਹੈ ਹੀ ਨਹੀਂ। ਅੱਜ ਕੱਲ੍ਹ ਇੰਨੇ ਵਿਅਸਤ ਹੋ ਗਏ ਤੇ ਦਰਿਆ ਆਦਿਕ ਪ੍ਰਕਿਰਤੀ ਦੇ ਨਾਲ ਜੁੜਨਾ ਉਹ ਤਾਂ ਪਿਆਰਿਓ ਬਿਲਕੁਲ ਰਹਿ ਗਿਆ। ਕਦੇ ਪ੍ਰਕਿਰਤੀ ਦੇ ਵਿੱਚ ਜਾਓ, ਜੁੜਨ ਦਾ ਯਤਨ ਕਰੋ, ਤਾਂ ਪਿਆਰਿਓ ਇਹ ਜੋ ਮਹਾਰਾਜ ਜੀ ਨੇ ਪ੍ਰਕਿਰਤੀ ਦੇ ਦ੍ਰਿਸ਼ਟਾਂਤ ਦਿੱਤੇ ਉਹਨੂੰ ਆਪਾਂ ਸਮਝ ਸਕਦੇ ਹਾਂ। ਬਗਲਾ ਜਿਹੜਾ ਤੀਰਥਾਂ ਦੇ ਵਿੱਚ ਬਗਲੇ ਬਹੁਤ ਜ਼ਿਆਦਾ ਹੁੰਦੇ ਹਨ, ਲੇਕਿਨ ਤੀਰਥਾਂ ਦੇ ਵਿੱਚ ਰਹਿਣ ਕਰਕੇ ਬਗਲੇ ਦੀ ਬਿਰਤੀ ਥੋੜ੍ਹੀ ਬਦਲ ਜਾਂਦੀ ਹੈ। ਚਿੱਟਾ ਤਾਂ ਰੰਗ ਹੁੰਦਾ, ਉਹ ਫਿਰ ਨਿਤ ਮੱਛੀ ਨੂੰ ਤਾਲ ਲਾਵੇ, ਨਿਤ ਪਾਣੀ ਵਿੱਚ ਬੈਠ ਕਰਕੇ ਉਹ ਆਪਣੇ ਸ਼ਿਕਾਰ ਵੱਲ ਹੀ ਜਿਹੜਾ ਤਾਰੀ ਲਾਉਂਦਾ ਹੈ, ਧਿਆਨ ਲਾਉਂਦਾ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ। ਤੇ ਜੋ ਬਗਲਾ ਜਿਹੜਾ ਜਦੋਂ ਵੀ ਕੋਈ ਆ ਜਾਵੇ ਨਾ, ਬਾਹਰੋਂ ਤਾਂ ਧਿਆਨ ਲਾ ਕਰਕੇ ਸਮਾਧੀ ਲਾ ਕਰਕੇ ਬਹਿ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਬਕ ਧਿਆਨ ਇਹਨੂੰ ਹੀ ਤਾਂ ਕਿਹਾ, ਹਰਨ ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਜੀ ਨੇ ਬਚਨ ਕੀਤਾ ਕਿ ਕਹਾਂ ਪਾਇਓ ਜੋ ਦੋ ਲੋਚਨ ਮੂੰਦ ਕੈ, ਕਿ ਭਾਈ ਕੀ ਹੋ ਗਿਆ, ਤੂੰ ਦੋਵੇਂ ਅੱਖਾਂ ਨੂੰ ਬੰਦ ਕਰਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਬੈਠ ਕਰਕੇ ਤੂਨੇ ਧਿਆਨ ਲਾਇਆ। ਲੇਕਿਨ ਪਿਆਰਿਓ ਇਹ ਨਾ ਕਹਿਣਾ ਕਰੀਏ ਆਪਾਂ, ਇਹ ਨਾ ਸਮਝਣਾ ਕਰੀਏ ਕਿ ਜਿਹੜਾ ਵੀ ਅੱਖਾਂ ਬੰਦ ਕਰਕੇ ਬਹਿ ਜਾਂਦਾ ਉਹ ਬਗਲ ਸਮਾਧੀ ਲਾ ਰਿਹਾ। ਨਹੀਂ ਪਿਆਰਿਓ, ਇਹਦੀ ਇੰਜ ਵਿਆਖਿਆ ਨਹੀਂ ਕਰਨੀ ਚਾਹੀਦੀ ਹੈ। ਬਗਲ ਸਮਾਧੀ ਉਹਨੂੰ ਬੋਲਦੇ ਹਨ, ਕਈ ਜੋ ਹਨ ਪਿਆਰਿਓ ਜਦੋਂ ਪ੍ਰਮਾਤਮਾ ਦੇ ਪਿਆਰੇ ਜਦੋਂ ਇਬਾਦਤ ਕਰਦੇ, ਬੰਦਗੀ ਕਰਦੇ, ਭਜਨ ਕਰਦੇ ਤੇ ਖੁਦ ਬਾ ਖੁਦ ਉਹਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ, ਉਹਨਾਂ ਦੀ ਸੁਰਤ ਜਿਹੜੀ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ। ਉਹ ਅਸਲੀ ਧਿਆਨ ਹੈ, ਅਸਲੀ ਸਮਾਧੀ ਹੈ। ਉਹਦੇ ਵਿੱਚ ਵੀ ਬੰਦਾ ਅੱਖਾਂ ਬੰਦ ਕਰ ਲੈਂਦਾ। ਤੇ ਬਗਲ ਸਮਾਧੀ ਇਹਨੂੰ ਬੋਲਦੇ, ਜਦੋਂ ਆਪ ਜੀ ਜਾਓ, ਜਾ ਕਰਕੇ ਪਿਆਰਿਓ ਆਪ ਜੀ ਤਖਨਾ ਕਰੋ, ਚੁੱਪ ਰਹਿ ਕਰਕੇ ਵੇਖੋ ਬਗਲਾ ਕੀ ਕਰਦਾ। ਜਦੋਂ ਸ਼ਿਕਾਰ ਕਰਨਾ ਹੋਵੇ, ਉਹਨੂੰ ਪਤਾ ਹੁੰਦਾ ਕਿ ਮੱਛੀ ਜੋ ਹੈ ਬਹੁਤ ਚੰਚਲ ਹੈ ਤੇ ਉਹਨੂੰ ਜੇ ਮਾਰਨਾ ਤੇ ਬਗਲਾ ਇੱਕ ਤਰੀਕਾ ਵਰਤਦਾ। ਬਗਲਾ ਕੀ ਕਰਦਾ, ਪਾਣੀ ਦੇ ਵਿੱਚ ਵੜ ਜਾਂਦਾ, ਵੜ ਕਰਕੇ ਦੋ ਪੈਰ ਦੇ ਵਿੱਚੋਂ ਇੱਕ ਪੈਰ ਜਿਹੜਾ ਆਪਣਾ ਤਾਂ ਚੁੱਕ ਲੈਂਦਾ, ਕਿਉਂਕਿ ਦੋ ਜੇ ਪੈਰ ਹੋਣ ਤੇ ਮੱਛੀ ਬੜੀ ਚਲਾਕ ਹੁੰਦੀ ਹੈ। ਮੱਛੀ ਨੂੰ ਪਤਾ ਚੱਲ ਜਾਂਦਾ ਕਿ ਭਾਈ ਉੱਤੇ ਸ਼ਿਕਾਰੀ ਬੈਠਿਆ ਹੋਇਆ, ਬਗਲਾ ਬੈਠਿਆ ਹੋਇਆ, ਤੇ ਮੱਛੀ ਨੂੰ ਫਸਾਉਣ ਦੇ ਵਾਸਤੇ ਬਗਲਾ ਕੀ ਕਰਦਾ, ਇੱਕ ਆਪਣੀ ਲੱਤ, ਇੱਕ ਆਪਣਾ ਪੈਰ ਜਿਹੜਾ ਤਾਂ ਚੁੱਕ ਲੈਂਦਾ, ਫਿਰ ਅਡੋਲ ਜਿਹੜਾ ਹੈ ਖੜ ਜਾਂਦਾ, ਬਿਲਕੁਲ ਹਰਕਤ ਨਹੀਂ ਕਰਦਾ। ਕਦੇ ਵੇਖੋ ਤਾਂ ਪਤਾ ਲੱਗੇਗਾ ਅੱਧਾ ਘੰਟਾ, ਇੱਕ ਘੰਟਾ ਕਈ ਵਾਰੀ ਬਗਲਾ ਇੱਕ ਪੈਰ ਦੇ ਉੱਤੇ ਬਗੈਰ ਹਲਣ ਡੁਲਣ ਤੋਂ ਜਿਹੜਾ ਹੈ ਉਸ ਤਰ੍ਹਾਂ ਹੀ ਖੜਾ ਹੋਇਆ ਹੁੰਦਾ ਹੈ। ਇਸ ਤਰ੍ਹਾਂ ਖੜਾ ਹੁੰਦਾ ਤੇ ਅੱਖਾਂ ਨੂੰ ਵੀ ਬੰਦ ਕਰ ਲੈਂਦਾ ਕਿ ਪਤਾ ਨਾ ਲੱਗੇ, ਕਿਉਂਕਿ ਮੱਛੀ ਜਦੋਂ ਤੱਕਦੀ ਨਾ ਬਾਹਰ ਤੇ ਅੱਖਾਂ ਨੂੰ ਵੇਖ ਕਰਕੇ ਅੱਖਾਂ ਕਈ ਵਾਰੀ ਚਮਕ ਪੈਂਦੀਆਂ, ਸੂਰਜ ਦੀ ਰੋਸ਼ਨੀ ਪਵੇ ਤੇ ਅੱਖਾਂ ਚਮਕ ਜਾਂਦੀਆਂ ਤੇ ਮੱਛੀ ਨੂੰ ਪਤਾ ਲੱਗ ਜਾਂਦਾ ਕਿ ਭਾਈ ਇਹ ਸ਼ਿਕਾਰੀ ਹੈ। ਉਹ ਵੀ ਫਿਰ ਉਤੋਂ ਵੀ ਬਚਣ ਵਾਸਤੇ ਬਗਲਾ ਕੀ ਕਰਦਾ, ਅੱਖਾਂ ਵੀ ਬੰਦ ਕਰ ਲੈਂਦਾ। ਇੰਨਾ ਸਭ ਕੁਝ ਕਰਦਾ ਪਿਆਰਿਓ, ਕੋਈ ਧਿਆਨੀ ਬੰਦਾ, ਕੋਈ ਸਮਾਧੀ ਲਾਉਣ ਵਾਲਾ ਬੰਦਾ ਵੀ ਤਾਂ ਇਹੀ ਕਰਦਾ, ਲੇਕਿਨ ਬਗਲੇ ਦੀ ਬਿਰਤੀ ਵੱਖਰੀ ਹੁੰਦੀ ਹੈ। ਇਹਦੇ ਮਨ ਵਿੱਚ ਹੁੰਦਾ ਕਿ ਆ ਮੇਰਾ ਭੁਲੇਖਾ, ਆ ਜੋ ਮੈਨੇ ਇਹ ਭੁਲੇਖਾ ਪਾਇਆ ਹੈ, ਆ ਜੋ ਮੈਨੇ ਕਰਮ ਕਾਂਡ ਕਰਨਾ ਕੀਤਾ, ਇਹਨੂੰ ਵੇਖ ਕਰਕੇ ਜਦੋਂ ਮੱਛੀ ਆ ਜਾਂਦੀ ਤੁਰੰਤ ਆਪਣੀ ਸਮਾਧੀ, ਆਪਣੇ ਧਿਆਨ ਨੂੰ ਛੱਡ ਕਰਕੇ ਚੁੰਝ ਮਾਰ ਕਰਕੇ ਮੱਛੀ ਨੂੰ ਖਾ ਜਾਂਦਾ, ਮੱਛੀ ਨੂੰ ਹੜੱਪ ਕਰ ਜਾਂਦਾ। ਇਹੋ ਜੀ ਜੋ ਬਿਰਤੀ ਰੱਖਦੇ ਹਨ ਅੱਖਾਂ ਬੰਦ ਕਰਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ, ਕਿ ਲੋਕ ਮੇਰੇ ਤੋਂ ਪ੍ਰਭਾਵਿਤ ਹੋਣ ਕਿ ਲਓ ਜੀ ਫਲਾਣਾ ਬਾਬਾ ਤਾਂ ਅੱਖਾਂ ਬੰਦ ਕਰਕੇ ਬਹਿੰਦਾ ਹੈ, ਜਾਂ ਫਲਾਣਾ ਬਾਬਾ ਜਿਹੜਾ ਹੈ ਸਮਾਧੀ ਲਾ ਕਰਕੇ ਬਹਿ ਜਾਂਦਾ, ਲੇਕਿਨ ਅੰਦਰੋਂ ਇਹੀ ਭਾਵਨਾ ਹੋਵੇ ਕਿ ਲੋਕੀ ਮੈਨੂੰ ਕੋਟ ਕਰਨ, ਮੈਨੂੰ ਵੇਖਣ, ਮੇਰੇ ਉੱਤੇ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਣ ਤੇ ਮੈਨੂੰ ਮਾਇਆ ਚੜਾਉਣ, ਮੇਰੀ ਸੇਵਾ ਕਰਨ,
ਇਹ ਭਾਵਨਾ ਲੈ ਕਰਕੇ ਜਦੋਂ ਵੀ ਪਿਆਰਿਓ ਕੋਈ ਮਾਲਾ ਫੇਰਦਾ, ਸਿਮਰਨ ਕਰਦਾ, ਅੱਖਾਂ ਬੰਦ ਕਰਦਾ, ਤੇ ਸੱਚ ਜਾਣੋ ਮਹਾਰਾਜ ਜੀ ਨੇ ਕਿਹਾ ਆ ਤੇਰਾ ਕੀਤਾ ਕਰਾਇਆ ਵਿਅਰਥ ਹੈ ਭਾਈ, ਇਹ ਤੇਰਾ ਧਿਆਨ ਨਹੀਂ ਹੈ, ਇਹ ਬਗਲ ਸਮਾਧੀ ਹੈ, ਇਹ ਬਕ ਧਿਆਨ ਮਹਾਰਾਜ ਜੀ ਨੇ ਕਹਿ ਦਿੱਤਾ। ਬਗਲੇ ਵੀ ਤੀਰਥਾਂ ਦੇ ਉੱਤੇ ਰਹਿੰਦੇ ਹਨ, ਤੇ ਤੂੰ ਵੀ ਵੇਖ ਬਗਲਿਆਂ ਵਾਂਗੂ ਤੀਰਥਾਂ ਦੇ ਉੱਤੇ ਰਹਿੰਦਾ, ਤੇ ਤੂਨੇ ਵੀ ਚਿੱਟਾ ਬਸਤਰ ਧਾਰਨ ਕਰਨਾ ਕੀਤਾ, ਤੇ ਸੱਜਣ ਵੀ ਤਾਂ ਇਹੀ ਕੰਮ ਕਰਦਾ ਸੀ। ਜਦੋਂ ਵੀ ਪਿਆਰਿਓ ਕੋਈ ਬਾਹਰੋਂ ਕੋਈ ਬੰਦਾ ਆ ਜਾਵੇ ਤੇ ਇਹਦੇ ਚੇਲੇ ਕਹਿੰਦੇ ਕਿ ਭਾਈ ਚੁੱਪ ਹੋ ਜਾ, ਹੌਲੀ ਚੱਲ, ਬਾਬਾ ਜਿਹੜਾ ਸੱਜਣ ਬਾਬਾ ਉਹ ਅੰਦਰ ਬੈਠਿਆ ਹੋਇਆ ਧਿਆਨ ਕਰ ਰਿਹਾ, ਤੇ ਫਿਰ ਅੰਦਰ ਲੈ ਕੇ ਜਾਣਾ ਅੱਖਾਂ ਬੰਦ ਆਮ ਲੋਕਾਂ ਦੇ ਉੱਤੇ, ਤੇ ਉਹ ਫਿਰ ਝਾਂਸੇ ਵਿੱਚ ਆ ਕਰਕੇ ਮਾਇਆ ਚੜਾਉਂਦੇ, ਭੇਟਾ ਰੱਖਦੇ ਹਨ। ਤੂੰ ਵੀ ਤਾਂ ਉਹੀ ਬਗਲਿਆਂ ਵਰਗੇ ਕੰਮ ਕਰ ਰਿਹਾ ਹੈ। ਸਿਮਲ ਰੁਖ ਸ਼ਰੀਰ ਮੈਂ ਜਨ ਦੇਖ ਭੁਲਨ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਹੁਣ ਚੌਥੇ ਬੰਦ ਦੇ ਵਿੱਚ ਚੌਥਾ ਦ੍ਰਿਸ਼ਟਾਂਤ ਸਤਿਗੁਰੂ ਮਹਾਰਾਜ ਜੀ ਨੇ ਦਿੱਤਾ। ਸਿਮਲ ਦਾ ਜੋ ਰੁਖ ਜਿਹੜਾ ਹੁੰਦਾ ਨਾ, ਇਹਨੂੰ ਜੇ ਵੇਖਣਾ ਹੋਵੇ ਪਿਆਰਿਓ, ਜਦੋਂ ਆਪਾਂ ਇਹ ਪਠਾਰ ਇਲਾਕਾ ਜਿਹੜਾ ਆਪਣੇ ਇਲਾਕੇ ਦੇ ਵਿੱਚ ਸਿਮਲ ਦਾ ਦਰਖਤ ਨਹੀਂ ਹੁੰਦਾ, ਆਪ ਸਿਆਣੇ ਜਿਹੜੇ ਬੈਠੇ ਉਹਨਾਂ ਨੂੰ ਪਤਾ ਹੋਵੇਗਾ। ਜਦੋਂ ਆਪਾਂ ਪਹਾੜੀ ਇਲਾਕੇ ਦੀ ਯਾਤਰਾ ਕਰਦੇ ਹਾਂ, ਵਿਸ਼ੇਸ਼ ਕਰਕੇ ਹੇਮਕੁੰਟ ਸਾਹਿਬ ਹੋ ਗਿਆ, ਰੀਠਾ ਸਾਹਿਬ ਹੋ ਗਿਆ, ਜਦੋਂ ਆਪ ਜੀ ਉੱਥੇ ਦਰਸ਼ਨ ਕਰਨ ਵਾਸਤੇ ਜਾਓਗੇ ਤੇ ਸਿਮਲ ਦਾ ਦਰਖਤ ਬਹੁਤ ਪਹਾੜੀਆਂ ਦੇ ਉੱਤੇ ਸਿਮਲ ਦੇ ਦਰਖਤ ਹੁੰਦੇ ਹਨ, ਬਹੁਤ ਵੱਡਾ ਹੁੰਦਾ ਪਿਆਰਿਓ ਸਿਮਲ ਰੁਖ ਸਰਾਇਰਾ। ਮਹਾਰਾਜ ਜੀ ਨੇ ਇਹਦਾ ਪ੍ਰਮਾਣ ਦਿੱਤਾ ਆਸਾ ਦੀ ਵਾਰ ਦੇ ਵਿੱਚ, ਸਿਮਲ ਰੁਖ ਸਰ ਆਇਰਾ ਅਤ ਦੀਰਘ ਅਤ ਮੁੱਚ, ਕਿ ਸਿਮਲ ਰੁਖ ਜਿਹੜਾ ਸਰਾਇਰਾ ਦਾ ਮਤਲਬ ਜਿਸ ਤਰ੍ਹਾਂ ਕਿ ਤੀਰ ਇੱਕਦਮ ਸਿੱਧਾ ਨਿਕਲਦਾ ਹੈ, ਕੋਈ ਤੀਰ ਦੇ ਵਿੰਗ ਵੱਟ ਨਹੀਂ ਪੈਂਦੇ, ਇਸ ਤਰ੍ਹਾਂ ਹੀ ਸਿਮਲ ਦਾ ਦਰਖਤ ਉਹਦੀ ਲੱਕੜ ਜੋ ਹੈ ਇੱਕਦਮ ਸਿੱਧੀ ਨਿਕਲ ਜਾਂਦੀ ਹੈ ਤੀਰ ਦੇ ਵੱਟ। ਅਤ ਦੀਰਘ ਬਹੁਤ ਦੀਰਘ ਹੁੰਦਾ, ਬਹੁਤ ਉਹਦਾ ਵੱਡਾ ਵਿਸਥਾਰ ਹੁੰਦਾ। ਓਏ ਜੇ ਆਵਹਿ ਆਸ ਕਰ ਜਾਏ ਨਿਰਾਸੇ ਕੀਤਾ। ਕਈ ਵਾਰੀ ਇਹ ਵੱਡੇ ਦਰਖਤ ਨੂੰ ਵੇਖ ਕਰਕੇ, ਕਿਉਂਕਿ ਆਪਾਂ ਵੀ ਪਿਆਰਿਓ ਕਈ ਵਾਰੀ ਕੀ ਕਰਦੇ ਆ, ਜਿਹਦੇ ਕੋਲ ਵੱਡਾ ਮਹਿਲ ਹੋਵੇ, ਬਹੁਤ ਮੋਟਰ ਗੱਡੀਆਂ ਹੋਣ, ਬਹੁਤ ਵੱਡਾ ਘਰ ਹੋਵੇ, ਆਪਾਂ ਵੀ ਕਹਿੰਦੇ ਕਿ ਲਓ ਭਾਈ ਬੰਦਾ ਬਹੁਤ ਵੱਡਾ ਹੈ, ਮਾਇਆ ਧਾਰੀ ਹੈ, ਤੇ ਆਪਾਂ ਫਿਰ ਉਹਦੇ ਕੋਲ ਜਾਂਦੇ ਤੇ ਉਥੋਂ ਫਿਰ ਪਿਆਰਿਓ ਸਾਨੂੰ ਧੱਕੇ ਵੱਜਦੇ ਹਨ। ਕਈ ਵਾਰੀ ਕੀ ਹੁੰਦਾ, ਆਪਾਂ ਕਹਿੰਦੇ ਯਾਰ ਆ ਫਲਾਣਾ ਬੰਦਾ ਨਿੱਕੀ ਜੀ ਝੌਂਪੜੀ ਦੇ ਵਿੱਚ ਰਹਿੰਦਾ, ਇਹਦੇ ਕੋਲ ਤਾਂ ਕੁਝ ਵੀ ਨਹੀਂ ਹੈ। ਕਈ ਵਾਰੀ ਝੌਂਪੜੀ ਵਾਲਾ ਉਹਦੇ ਕੋਲ ਚੱਲ ਜਾਓ, ਉਹ ਤੁਹਾਡੀ ਰੱਜ ਕੇ ਸੇਵਾ ਕਰੇਗਾ, ਤੁਹਾਨੂੰ ਪ੍ਰਸ਼ਾਦਾ ਜਲ ਪਾਣੀ ਛਕਾਵੇਗਾ, ਲੇਕਿਨ ਮਾਇਆ ਧਾਰੀ ਜਿਹੜਾ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ, ਤੇ ਉਹ ਅੰਨਾ ਵੀ ਹੁੰਦਾ, ਬੋਲਾ ਵੀ ਹੁੰਦਾ, ਸ਼ਬਦ ਤਾਂ ਸੁਣਦਾ ਨਹੀਂ ਹੈ, ਆਪਣਾ ਹੀ ਰੋਲ ਕਚੋਲ ਉਹ ਪਾਉਂਦਾ। ਨਿਰਧਨ ਆਦਰ ਕੋਈ ਨਾ ਦੇ, ਲਾਖ ਯਤਨ ਕਰੈ ਉਹ ਚਿਤ ਨਾ ਧਰੈ, ਕਿ ਨਿਰਧਨ ਬੰਦੇ ਨੂੰ ਕੋਈ ਆਦਰ ਨਹੀਂ ਦਿੰਦਾ। ਕਈ ਵਾਰੀ ਭੁਲੇਖਾ ਖਾ ਕਰਕੇ ਕੋਈ ਵੱਡਾ ਮਾਇਆਧਾਰੀ ਦੇ ਕੋਲ ਚੱਲ ਜਾਓ, ਉਥੋਂ ਫਿਰ ਧੱਕੇ ਵੱਜਦੇ ਹਨ। ਇਸ ਤਰ੍ਹਾਂ ਹੀ ਜੋ ਪੰਛੀ ਹੈ, ਤੋਤਾ ਜਿਹੜਾ ਨਾ, ਉਹ ਆ ਜਾਂਦਾ, ਤੇ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੈ ਪਤ, ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਥ। ਤੇ ਜਦੋਂ ਤੋਤਾ ਆ ਕਰਕੇ ਸਿਮਲ ਦੇ ਦਰਖਤ ਦੇ ਉੱਤੇ ਬਹਿੰਦਾ, ਤੇ ਉਹਦੇ ਜੋ ਫਲ ਹੁੰਦੇ ਹਨ, ਫਲ ਇੱਕਦਮ ਫਿੱਕੇ ਹੁੰਦੇ, ਫੁੱਲ ਜਿਹੜੇ ਬਕਬਕੇ ਹੁੰਦੇ, ਬਕਬਕਾ ਥੋਥਾ ਉਹਦਾ ਦਾ ਸਵਾਦ ਹੁੰਦਾ। ਤੇ ਕਈ ਵਾਰੀ ਕੀ ਹੁੰਦਾ ਪਿਆਰਿਓ, ਉਹਦੇ ਫਲ ਜਿਹੜੇ ਤੇ ਬਾਹਰੋਂ ਜਦੋਂ ਵੇਖਦੇ ਆ ਬਹੁਤ ਜ਼ਿਆਦਾ ਰਸੀਲਾ ਉਹ ਨਜ਼ਰ ਆਉਂਦਾ, ਇੰਜ ਲੱਗਦਾ ਕਿ ਆ ਫਲ ਦੇ ਵਿੱਚੋਂ ਪਤਾ ਨਹੀਂ ਕਿੰਨਾ ਰਸ ਝਰ ਰਿਹਾ, ਰਸ ਚੂ ਰਿਹਾ। ਤੇ ਮੈਜਨ ਦਾ ਭਾਵ ਕਿ ਤੋਤਾ ਇਹ ਭਲੇਖੇ ਵਿੱਚ ਆ ਕਰਕੇ ਜਦੋਂ ਚੁੰਝ ਮਾਰਦਾ, ਕਈ ਵਾਰੀ ਤੋਤੇ ਦੀ ਚੁੰਝ ਜਿਹੜੀ ਹੈ ਉਹ ਸਿੰਬਲ ਦੇ ਫਲ ਦੇ ਵਿੱਚ ਹੀ ਅਟਕ ਜਾਂਦੀ ਹੈ, ਇਹਦੇ ਕਰਕੇ ਤੋਤੇ ਦੀ ਮੌਤ ਹੋ ਜਾਂਦੀ। ਤੋਤਾ ਤਾਂ ਆਇਆ ਸੀ ਨਾ ਕਿ ਭਾਈ ਵੱਡਾ ਦਰਖਤ ਹੈ, ਮੈਨੂੰ ਕੁਛ ਪ੍ਰਾਪਤ ਹੋਵੇਗਾ, ਲੇਕਿਨ ਉਹਨੂੰ ਕੁਛ ਪ੍ਰਾਪਤ ਨਹੀਂ ਹੁੰਦਾ, ਸਗੋਂ ਉਹ ਇਹ ਫਲ ਦੇ ਪਿੱਛੇ ਆਪਣੀ ਜਾਨ ਵੀ ਗਵਾ ਬੈਂਦਾ। ਸਤਿਗੁਰੂ ਮਹਾਰਾਜ ਜੀ ਨੇ ਬੇਅੰਤ ਥਾਵਾਂ ਦੇ ਵਿੱਚ ਗੁਰਬਾਣੀ ਦੇ ਵਿੱਚ ਸਿਮਲ ਰੁਖ ਦਾ ਮਹਾਰਾਜ ਜੀ ਨੇ ਪ੍ਰਮਾਣ ਦਿੱਤਾ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਬਚਨ ਕੀਤਾ ਨਾ ਕਿ
ਜਲਧਰ ਸੰਗਮ ਕੈ ਅਫਲ ਸੇਂਬਲ ਦਰਖਤ ਚੰਦਨ ਸੁਗੰਧ ਸਨ ਬੰਦ ਮਲਗਾਰ ਹੋ। ਕਈ ਵਾਰੀ ਆਪ ਜੀ ਵੇਖੋ ਕਿ ਜੋ ਸਿੰਬਲ ਦਾ ਦਰਖਤ ਹੈ ਉਹਦਾ ਸੰਬੰਧ ਆਕਾਸ਼ ਦੇ ਨਾਲ ਬਦਲਾਂ ਦੇ ਨਾਲ ਹੁੰਦਾ। ਇੰਨੇ ਵੱਡੇ ਵੱਡੇ ਦਰਖਤ ਹੁੰਦੇ ਹਨ, ਬਦਲਾਂ ਦੇ ਨਾਲ ਗੱਲਾਂ ਬਾਤਾਂ ਕਰਦੇ। ਕਈ ਵਾਰੀ ਬਦਲੀਆਂ ਜੋ ਹਨ ਇਹਨਾਂ ਦੇ ਵਿਚਕਾਰ ਦੀ ਉਹਦੀ ਤੁਲਨਾ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਕਿ ਚੰਦਨ ਦਾ ਜਿਹੜਾ ਦਰਖਤ ਹੈ 52 ਗਿੱਟਿਆਂ ਦਾ ਹੁੰਦਾ, ਬੜਾ ਛੋਟਾ, ਜ਼ਿਆਦਾ ਵੱਡਾ ਨਹੀਂ ਹੁੰਦਾ, ਲੇਕਿਨ ਉਹਦੀ ਬਹੁਤ ਜ਼ਿਆਦੀ ਕੀਮਤ ਹੁੰਦੀ ਹੈ। ਇੱਕ ਵੀ ਚੰਦਨ ਦਾ ਦਰਖਤ ਜਿਹੜਾ ਆਪਾਂ ਕੱਟ ਕਰਕੇ ਵੇਚ ਦਿੰਦੇ ਤਾਂ ਪਿਆਰਿਓ ਲੱਖਪਤੀ ਬੰਦਾ ਬਣ ਜਾਂਦਾ, ਬਹੁਤ ਕਈ ਲੱਖ ਉਹਨੂੰ ਮਾਇਆ ਪ੍ਰਾਪਤ ਹੋ ਜਾਂਦੀ ਹੈ। ਤੇ ਨਿੱਕਾ ਜਿਹਾ ਚੰਦਨ ਦਾ ਦਰਖਤ ਸਾਰੇ ਵਨ ਨੂੰ ਜਿਹੜਾ ਹੈ ਸੁਗੰਧੀ ਦੇ ਨਾਲ ਭਰ ਦਿੰਦਾ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸਿੰਮਲ ਰੁੱਖ ਸਰੀਰ ਮੈਂ, ਕਿ ਆ ਜੇ ਤੂੰ ਜੋ ਹੈ ਨਾ ਸਿੰਮਲ ਰੁੱਖ ਆਪਣੇ ਉੱਤੇ ਟਿਕਾ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਆਪਣਾ ਵੀ ਜੋ ਸਰੀਰ ਜਿਹੜਾ ਸਿੰਬਲ ਦੇ ਰੁੱਖ ਦੇ ਵੱਤ ਹੈ। ਮੈਂ ਜਨ ਦੇਖ ਭੁਲਨ, ਮੈਂ ਜਨ ਦਾ ਭਾਵ ਕਿ ਤੋਤਾ ਜਿਹੜਾ ਹੈ ਇਹ ਭੁਲੇਖੇ ਵਿੱਚ ਭੁੱਲ ਖਾ ਕਰਕੇ ਜਦੋਂ ਆ ਜਾਂਦਾ, ਸੇ ਫਲ ਕੰਮ ਨਾ ਆਵਨੀ, ਉਹਦੇ ਜਿਹੜੇ ਫਲ ਜਿਹੜੇ ਹਨ ਵਿਅਰਥ ਹੁੰਦੇ ਹਨ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਤੇ ਉਹ ਕੰਮ ਨਹੀਂ ਆਉਂਦੇ ਹਨ। ਤੇ ਗੁਣ ਮੈਂ ਤਨ ਰੰਨ, ਤੇ ਗੁਣ ਮੈਂ ਤਨ ਹਨ, ਉਹ ਗੁਣਾਂ ਤੋਂ ਖਾਲੀ ਹੋ ਜਾਂਦਾ। ਇਸ ਤਰ੍ਹਾਂ ਹੀ ਜਿਹੜਾ ਸਿੰਬਲ ਦਾ ਦਰਖਤ ਜਿਹੜਾ ਹੈ ਨਿਕੰਮਾ ਹੁੰਦਾ, ਇਸ ਤਰ੍ਹਾਂ ਹੀ ਸਾਡਾ ਵੀ ਸਰੀਰ ਜਿਹੜਾ ਹੈ। ਸਤਿਗੁਰੂ ਮਹਾਰਾਜ ਜੀ ਨੇ ਉੱਤਮ ਵਕਤਿਆਂ ਦੇ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਸਾਡਾ ਵੀ ਜੋ ਤਨ, ਮੇਰਾ ਵੀ ਜੋ ਤਨ ਜਿਹੜਾ ਵਿਅਰਥ ਦਾ ਹੈ। ਮਹਾਰਾਜ ਜੀ ਤਾਂ ਇਹਨੂੰ ਸਮਝਾ ਰਹੇ, ਇਹਨੂੰ ਕਹਿ ਰਹੇ ਹਨ ਕਿ ਤੂੰ ਵੀ ਸਿੰਬਲ ਦੇ ਦਰਖਤ ਵਾਂਗੂ ਬਹੁਤ ਉੱਚਾ ਸੁੱਚਾ ਬਣ ਕੇ ਬੈਠਿਆ, ਬਹੁਤ ਵੱਡੀ ਤੂਨੇ ਧਰਮਸ਼ਾਲਾ ਬਣਾਈ ਹੈ, ਮੰਦਰ ਬਣਾਇਆ, ਮਸਜਿਦ ਬਣਾਈ, ਤੇ ਇਹਨੂੰ ਭੁਲੇਖਾ ਖਾ ਕਰਕੇ ਕਈ ਤੋਤੇ ਜਦੋਂ ਆ ਜਾਂਦੇ ਨਾ ਸਿੰਬਲ ਦੇ ਫਲ ਦੇ ਵਿੱਚ ਚੁੰਝ ਮਾਰਦੇ ਤੇ ਉਹਨਾਂ ਨੂੰ ਰਸ ਨਹੀਂ ਪ੍ਰਾਪਤ ਹੁੰਦਾ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹ ਸੱਜਣ ਠੱਗ ਵੀ ਤਾਂ ਇਹੀ ਕੰਮ ਕਰਦਾ। ਲੋਕ ਭੁਲੇਖੇ ਦੇ ਵਿੱਚ ਆ ਕਰਕੇ ਕਿ ਲਓ ਜੀ ਬਾਬੇ ਦੀ ਬਹੁਤ ਵੱਡੀ ਸਰਾਂ ਹੈ, ਬਾਬੇ ਨੇ ਪੂਰਾ ਪ੍ਰਬੰਧ ਕਰਨਾ ਕੀਤਾ, ਕਈ ਰਹਿਣ ਵਾਸਤੇ ਜਾਂ ਪ੍ਰਸ਼ਾਦਾ ਛਕਣ ਵਾਸਤੇ ਤੇਰੇ ਕੋਲ ਆਉਂਦੇ ਤੇ ਸਿੰਬਲ ਦਾ ਦਰਖਤ ਕਿਸ ਤਰ੍ਹਾਂ ਤੋਤਿਆਂ ਨੂੰ ਮਾਰ ਕਰਕੇ ਰੱਖ ਦਿੰਦਾ। ਤੂੰ ਵੀ ਕੋਈ ਰਾਹਗੀਰ ਚੱਲ ਜਾਵੇ, ਇਹੀ ਤਾਂ ਕਰਦਾ ਸੀ। ਕੋਈ ਰਾਹਗੀਰ ਜਿਹੜਾ ਪਰਦੇਸੀ ਕੋਈ ਆਵੇ ਉਹਨੂੰ ਪ੍ਰੇਮ ਦੇ ਨਾਲ ਬੁਲਾਉਣਾ, ਕਹਿਣਾ ਜੀ ਆਓ ਜੀ ਪ੍ਰਸ਼ਾਦਾ ਛਕੋ, ਰਹਿਣ ਦਾ ਇੱਥੇ ਪ੍ਰਬੰਧ ਹੈ, ਜਿੰਨੇ ਦਿਨ ਰਹਿਣਾ ਤੁਸੀਂ ਰਹਿ ਸਕਦੇ ਹੋ। ਜਦੋਂ ਭੁਲੇਖੇ ਦੇ ਵਿੱਚ ਜੀਵ ਆ ਕਰਕੇ ਪ੍ਰਸ਼ਾਦਾ ਛਕਦੇ ਸਨ, ਇਹਦੇ ਘਰ ਦੇ ਵਿੱਚ ਇਹਦੀ ਸਰਾਂ ਦੇ ਵਿੱਚ ਟਿਕਾਣਾ ਕਰਦੇ, ਫਿਰ ਰਾਤ ਨੂੰ ਫੜ ਕਰਕੇ ਉਹਦਾ ਕਤਲ ਕਰ ਦਿੰਦਾ, ਉਹਨੂੰ ਮਾਰ ਕਰਕੇ ਸਾਰੀ ਮਾਇਆ ਧਨ ਸਭ ਜਿਹੜਾ ਹੈ ਇਹ ਹੜਪ ਕਰ ਜਾਂਦਾ ਸੀ। ਅੰਧਰੇ ਭਾਰ ਉਠਾਇਆ, ਸਤਿਗੁਰੂ ਮਹਾਰਾਜ ਜੀ ਨੇ ਅੱਗੇ ਬਚਨ ਕਰਨਾ ਕੀਤਾ। ਹੁਣ ਚੌਥੀ ਮਹਾਰਾਜ ਜੀ ਨੇ ਇੱਕ ਦ੍ਰਿਸ਼ਟਾਂਤ ਦੇ ਕਰਕੇ ਪੰਜਵਾਂ ਮਹਾਰਾਜ ਜੀ ਨੇ ਪ੍ਰਮਾਣ ਦਿੱਤਾ, ਕਿਹਾ ਕਿ ਅੰਧਲੇ ਭਾਰ ਉਠਾਇਆ, ਜਿਹੜਾ ਅੰਨਾ ਬੰਦਾ ਜਿਹੜਾ ਹੈ ਉਹਨੇ ਪਹਾੜ ਚੱਕਣਾ ਕੀਤਾ। ਡੂੰਗਰ ਵਾਟ ਬਹੁਤ, ਡੂੰਗਰ ਦਾ ਭਾਵ ਪਿਆਰਿਓ ਇਹ ਅਸਲ ਦੇ ਵਿੱਚ ਮਰਾਠੀ ਦਾ ਸ਼ਬਦ ਹੈ। ਮਰਾਠੀ ਦੇ ਡੋਂਗਰ ਬੋਲਦੇ ਹਨ, ਆਪ ਨੂੰ ਪਤਾ ਹੋਵੇਗਾ ਡੋਂਗਰ ਸ਼ਬਦ ਇਹਦਾ ਮਤਲਬ ਕਿ ਪਹਾੜੀ, ਜੋ ਪਹਾੜੀ ਇਲਾਕਾ ਹੁੰਦਾ ਨਾ, ਪਹਾੜੀ ਜੋ ਇਹ ਹੁੰਦੇ ਹਨ ਪਹਾੜਾਂ ਨੂੰ ਡੋਂਗਰ ਬੋਲਦੇ ਹਨ। ਤੇ ਇਹ ਸ਼ਬਦ ਜਿਹੜਾ ਹੈ ਮਰਾਠੀ ਦਾ ਮੂਲ ਸ਼ਬਦ ਹੈ ਡੂੰਗਰ ਵਾਟ ਬਹੁਤ, ਕਿ ਪਹਾੜੀ ਦਾ ਰਾਸਤਾ ਹੋਵੇ, ਕਿਉਂਕਿ ਪਹਾੜੀ ਰਾਸਤੇ ਜਿਹੜੇ ਹੁੰਦੇ ਹਨ ਪਹਾੜ ਤੇ ਚੜਨਾ ਹੋਵੇ, ਪੱਕੇ ਰਾਸਤੇ ਨਹੀਂ ਹੁੰਦੇ। ਅੱਜ ਤਾਂ ਪਿਆਰਿਓ ਸਰਕਾਰਾਂ ਨੇ ਪੱਕੇ ਰਾਸਤੇ ਬਣਾ ਦਿੱਤੇ। ਜਦੋਂ ਆਪਾਂ ਜਾਂਦੇ ਨਾ ਹੇਮਕੁੰਟ ਸਾਹਿਬ ਆਦਿਕ ਗੁਰਧਾਮਾਂ ਦੀ ਯਾਤਰਾ ਕਰਨ ਵਾਸਤੇ ਅੱਜ ਤਾਂ ਪੱਕੀਆਂ ਸੜਕਾਂ ਬਣ ਗਈਆਂ, ਲੇਕਿਨ ਜਦੋਂ ਆਰੰਭਤਾ ਹੋਈ ਸੀ ਨਾ ਯਾਤਰਾ ਦੀ ਤੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਉਸ ਵੇਲੇ ਕੋਈ ਸੜਕ ਨਹੀਂ ਸੀ, ਆਪਣਾ ਰਾਸਤਾ ਆਪ ਬਣਾ ਕਰਕੇ ਜਾਣਾ ਪੈਂਦਾ ਸੀ। ਤੇ ਅੱਜ ਵੀ ਪਿਆਰਿਓ ਸੜਕਾਂ ਤਾਂ ਬਣ ਗਈਆਂ। ਆਪਾਂ ਜਦੋਂ ਯਾਤਰਾ ਕਰਦੇ ਹਾਂ ਥੋੜੇ ਕੁ ਸਮੇਂ ਦੇ ਵਿੱਚ ਕਈ ਵਾਰੀ ਸੜਕਾਂ ਟੁੱਟ ਜਾਂਦੀਆਂ, ਕਈ ਵਾਰੀ ਜਿਹੜੇ ਪਹਾੜੀ
ਇਲਾਕਾ ਜਿਹੜਾ ਹੈ ਪਹਾੜ ਗਿਰ ਕਰਕੇ ਕਿ ਉਹ ਮਲਬਾ ਹਟਾ ਕਰਕੇ ਦੂਜੇ ਪਾਸੋਂ ਫਿਰ ਉਹ ਸੜਕ ਬਣਾ ਦਿੰਦੇ ਹਨ। ਇਸ ਤਰ੍ਹਾਂ ਕੋਈ ਅੰਨਾ ਬੰਦਾ ਹੋਵੇ ਤੇ ਰਾਸਤਾ ਪਹਾੜੀ ਦਾ ਹੋਵੇ। ਅੱਖੀ ਲੋੜੀ ਨਾ ਲਹਾ ਹਾਂ ਚੜ ਲੰਘਾ ਕਿਤ। ਅੱਖੀ ਲੋੜੀ ਨਾ ਲਹਾ ਭਾਵ ਕਿ ਅੱਖਾਂ ਦੇ ਨਾਲ ਜਿਹੜਾ ਬੰਦਾ ਵੇਖ ਨਹੀਂ ਸਕਦਾ ਉਹ ਬੰਦਾ ਪਹਾੜੀ ਦੇ ਉੱਤੇ ਕਿਸ ਤਰ੍ਹਾਂ ਚੜ ਸਕਦਾ ਹੈ। ਇਸ ਤਰ੍ਹਾਂ ਹੀ ਜਿਹੜੇ ਮਨ ਦੇ ਅੰਨੇ ਹਨ ਤੇ ਇਹ ਜੋ ਪਰਮਾਰਥ ਦਾ ਮਾਰਗ ਜਿਹੜਾ ਹੈ ਕਬੀਰ ਸਾਹਿਬ ਜੀ ਨੇ ਕਿਹਾ ਨਾ ਕਿ ਇੱਕ ਅਵਘਟ ਘਾਟੀ ਰਾਮ ਕੀ ਤਹਿ ਚੜ ਰਹੇ ਹੋ ਕਬੀਰ, ਕਿ ਪਰਮਾਤਮਾ ਦਾ ਜੋ ਸਿਖਰ ਹੈ ਉਹ ਅਵਘਟ ਘਾਟੀ ਦੇ ਉੱਤੇ ਚੜ ਕਰਕੇ ਹੀ ਸਾਨੂੰ ਪਹੁੰਚਣਾ ਪੈਂਦਾ। ਤੇ ਬੰਦਾ ਅੰਧਾ ਹੋਵੇ ਅੰਨਾ ਹੋਵੇ ਤੇ ਅੰਨਾ ਬੰਦੇ ਨੂੰ ਤਾਂ ਕੁਛ ਨਜ਼ਰ ਨਹੀਂ ਆਉਂਦਾ। ਇੱਕ ਵੀ ਪੈਰ ਉਹਦਾ ਗਲਤ ਪੈ ਜਾਵੇ ਤਾਂ ਪਿਆਰਿਓ ਉਹਨੂੰ ਮੌਤ ਦੇ ਮੂੰਹ ਦੇ ਵਿੱਚ ਲੈ ਕੇ ਚੱਲ ਜਾਂਦਾ। ਇੱਕ ਹੋਵੇ ਅੰਧਾ ਬੰਦਾ ਤੇ ਨਾਲ ਪਹਾੜੀ ਦਾ ਬਿਖਮ ਰਾਸਤਾ ਹੋਵੇ, ਉਹ ਕਿਸ ਤਰ੍ਹਾਂ ਤੈਅ ਕਰ ਸਕਦਾ ਹੈ। ਇਸ ਤਰ੍ਹਾਂ ਹੀ ਜਿਹੜਾ ਜੀਵ ਜਿਹੜਾ ਹੈ ਮਨ ਕਰਕੇ ਅੰਨਾ ਹੈ। ਮਹਾਰਾਜ ਨੇ ਕਿਹਾ ਨਾ ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾ ਹੈ, ਅੰਧੇ ਸਈ ਨਾਨਕਾ ਜੇ ਖਸਮੋ ਕੁੱਥੇ ਜਾਹੇ। ਕਿ ਮਹਾਰਾਜ ਜੀ ਨੇ ਉਹਨਾਂ ਨੂੰ ਅੰਧਾ ਨਹੀਂ ਕਿਹਾ ਕਿ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ। ਭਾਵ ਕਿ ਕਈ ਵਾਰੀ ਆਪਾਂ ਤਾਂ ਇਹੀ ਸੋਚਦੇ ਹਾਂ ਕਿ ਜਿਹੜੇ ਅੱਖਾਂ ਕਰਕੇ ਸੂਰਮੇ ਸਿੰਘ ਹਨ, ਸੂਰਮੇ ਰਹਿੰਦੇ ਅੱਖਾਂ ਜਿਨ੍ਹਾਂ ਨੂੰ ਨਹੀਂ ਹੁੰਦੀਆਂ ਜਾਂ ਦਿਖਣ ਤੋਂ ਜਿਹੜੇ ਅਸਮਰਥ ਰਹਿੰਦੇ ਉਹੀ ਅੰਨੇ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਕਹਿ ਦਿੱਤਾ ਅਸਲੀ ਤਾਂ ਅੰਧਾ ਉਹ ਨਹੀਂ ਹੈ ਜਿਹੜਾ ਖਸਮ ਤੋਂ ਪਰਮਾਤਮਾ ਤੋਂ ਵਿਛੜਿਆ ਹੋਇਆ ਜੀਵ ਹੈ। ਜਿਹੜਾ ਮਨ ਕਰਕੇ ਅੰਧਾ ਉਹ ਅਸਲੀ ਅੰਧਾ ਹੈ। ਇਸ ਤਰ੍ਹਾਂ ਮਨ ਕਰਕੇ ਅੰਧਾ ਬੰਦਾ ਜਿਹੜਾ ਉਹ ਪਰਮਾਤਮਾ ਦੇ ਰਾਹ ਦੇ ਉੱਤੇ ਸਿਖਰ ਦੇ ਉੱਤੇ ਸੱਚਖੰਡ ਤੱਕ ਉਹ ਨਹੀਂ ਪਹੁੰਚ ਸਕਦਾ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਅੱਗੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੱਜਣ ਨੂੰ ਸੰਬੋਧਨ ਕੀਤਾ ਕਿ ਚਾਕਰੀਆਂ ਜੇ ਆਪਾਂ ਚਾਕਰੀ ਕਰਦੇ ਹਾਂ ਨੌਕਰੀ ਕਰਦੇ ਹਾਂ ਚੰਗੇ ਕੰਮ ਔਰ ਜੋ ਸਿਆਣਪਾਂ ਜੋ ਹਨ ਇਹ ਚਤੁਰਾਈ ਸਿਆਣਪਾ ਕਿਤੇ ਕੰਮ ਨਾ ਆਈਐ। ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ। ਜੇ ਲਖ ਕਰਮ ਕਮਾਈਐ ਕਿਛ ਪਵੈ ਨਾ ਬੰਧਾ। ਜਨ ਨਾਨਕ ਕੀਤਾ ਨਾਮ ਹਰ ਹੋਰ ਛੋੜਿਆ ਧੰਦਾ। ਕਿ ਇਹ ਜੋ ਚਾਕਰੀਆਂ ਇਹ ਚੰਗਿਆਈਆਂ ਜੋ ਹਨ ਔਰ ਜੋ ਸਿਆਣਪਾ ਆਦਿਕ ਇਹ ਕਿਸੇ ਕੰਮ ਵਿੱਚ ਨਹੀਂ ਆਉਣ ਵਾਲੀਆਂ। ਬੇਸ਼ੱਕ ਆਪਾਂ ਸੰਸਾਰ ਦੇ ਵਿੱਚ ਚਾਕਰੀ ਕਰਦੇ ਆ ਚੰਗੇ ਕੰਮ ਸਿਆਣਪ ਵਰਤਦੇ ਆ ਲੇਕਿਨ ਇਹ ਸਿਆਣਪਾ ਦੇ ਨਾਲ ਇਹ ਚਤੁਰਾਈਆਂ ਦੇ ਨਾਲ ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਜੋ ਪ੍ਰਮਾਤਮਾ ਉਹਦੀ ਪ੍ਰਾਪਤੀ ਚਤੁਰਾਈ ਦੇ ਨਾਲ ਨਹੀਂ ਪ੍ਰਾਪਤੀ ਹੁੰਦੀ ਹੈ। ਜਿਹੜੇ ਚਤੁਰ ਬੰਦੇ ਹੁੰਦੇ ਹਨ ਉਹ ਤਾਂ ਖਾਲੀ ਰਹਿ ਜਾਂਦੇ। ਮਹਾਰਾਜ ਜੀ ਨੇ ਕਿਹਾ ਫਿਰ ਉਹਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ। ਭੋਲੇ ਭਾਏ ਮਿਲੈ ਰਘੁਰਾਇਆ। ਜੇ ਮਨ ਦੇ ਵਿੱਚ ਭੋਲਾ ਭਾਵ ਹੈ ਬਾਲਤਣ ਹੈ ਮਨ ਦੇ ਵਿੱਚ ਸਰਲ ਸੁਭਾਅ ਹੈ ਇਹਦੇ ਨਾਲ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਨਾਮ ਸੰਭਾਲ ਤੂੰ। ਸਤਿਗੁਰੂ ਮਹਾਰਾਜ ਸੱਜਣ ਨੂੰ ਸੰਬੋਧਨ ਕਰਦਿਆਂ ਮਹਾਰਾਜ ਜੀ ਨੇ ਕਿਹਾ ਕਿ ਨਾਨਕ ਆਪਣੀ ਮੋਹਰ ਲਾ ਕਰਕੇ ਕਿ ਸੱਜਣਾ ਤੂੰ ਭਾਈ ਪਰਮਾਤਮਾ ਦੇ ਨਾਮ ਨੂੰ ਸਾਂਭਣਾ ਕਰ। ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟ ਹੈ ਜਿਤ। ਜਿਸ ਕਰਕੇ ਬੱਧਾ ਛੁਟ ਹੈ ਤੂੰ ਹੁਣ ਬੱਝਾ ਹੋਇਆ ਵਿਸ਼ੇ ਵਿਕਾਰਾਂ ਦੇ ਵਿੱਚ ਮੋਹ ਮਾਇਆ ਦੇ ਵਿੱਚ ਤੂੰ ਬੱਝਾ ਹੋਇਆ ਹੈ ਤੇ ਇਹਦੇ ਨਾਲੋਂ ਤੇਰਾ ਛੁਟਕਾਰਾ ਹੋ ਜਾਵੇਗਾ। ਸਾਰਿਆਂ ਪ੍ਰਤੀ ਮਹਾਰਾਜ ਜੀ ਨੇ ਇਹ ਬਚਨ ਕੀਤਾ ਕਿ ਜਿਹੜੇ ਨਾਮ ਦੀ ਸੰਭਾਲਣਾ ਕਰਦੇ ਹਨ ਉਹ ਬੰਦ ਖਲਾਸੀ ਉਹਨਾਂ ਦੀ ਹੋ ਜਾਂਦੀ ਹੈ। ਚੌਪਈ ਦੁਰਮਤ ਤੂੰ ਕਲ ਮਲਕੀ ਖਾਨ। ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਜੋ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਇਹਦੇ ਪਰਥਾਏ ਮਹਾਰਾਜ ਜੀ ਨੇ ਇਹ ਸਾਂਝਾ ਉਪਦੇਸ਼ ਸਾਰੀ ਮਨੁੱਖਤਾਈ ਦੇ ਤਾਈ ਮਹਾਰਾਜ ਜੀ ਨੇ ਦ੍ਰਿੜ ਕਰਦਾ ਕੀਤਾ ਤੇ ਅੱਗੇ ਇਹਨੂੰ ਸਿੱਖਿਆ ਦਿੱਤੀ ਹੈ ਕਿ ਸਜਣਾ ਦੁਰਮਤ ਤੂੰ ਕਲਮਤ। ਆਪ ਜੀ ਨੇ ਵੇਖਿਆ ਹੋਵੇਗਾ ਆਪਾਂ ਕਹਿੰਦੇ ਨਾ ਜੀ ਕੋਲੇ ਦੀ ਖਾਨ ਜਿੱਥੇ ਪਿਆਰਿਓ ਇੱਕ ਦੋ ਟਰਕ ਕੋਲਾ ਨਹੀਂ ਨਿਕਲਦਾ। ਕਈ ਤਾਂ ਇਹੋ ਜੀਆਂ ਖਦਾਨਾਂ ਹਨ ਕਈ ਸਾਲਾਂ ਤੋਂ 50-100 ਸਾਲਾਂ ਤੋਂ ਲੋਕੀ ਉਥੋਂ ਕੋਲਾ ਕੱਢਦੇ ਰਹਿੰਦੇ ਹਨ ਪੱਥਰ ਕੱਢਦੇ ਰਹਿੰਦੇ ਲੇਕਿਨ ਉਹਨਾਂ ਦਾ ਪਾਰਾਵਾਰ ਨਹੀਂ ਹੁੰਦਾ।
ਇਸ ਤਰ੍ਹਾਂ ਹੀ ਖਾਣ ਦਾ ਮਤਲਬ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅਵਗੁਣਾਂ ਦੀ ਖਾਨ ਆਪਾਂ ਹਾਂ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵਹੁ ਡੁੱਬਦੇ ਪੱਥਰ ਤਾਰੇ। ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਿਆਰਿਓ ਪਾਣੀ ਭਰਿਆ ਹੋਇਆ ਹੈ, ਸਮੁੰਦਰ ਜੋ ਹੈ ਪਾਣੀ ਦੀ ਖਦਾਨ ਹੈ, ਇਸ ਤਰ੍ਹਾਂ ਹੀ ਸਾਡੇ ਅੰਦਰ ਵੀ ਔਗੁਣਾਂ ਦੇ ਨਾਲ ਸਾਡਾ ਮਨ ਸਾਡਾ ਤਨ ਭਰਿਆ ਹੋਇਆ ਹੈ। ਬਨਿਓ ਵੈਸ਼ਨੋ ਵੇਖ ਮਹਾਨ, ਲੇਕਿਨ ਬਾਹਰੀ ਤੌਰ ਤੇ ਵੈਸ਼ਨੋ ਦਾ ਤੂਨੇ ਆਪਣਾ ਭੇਸ ਬਣਾਉਣਾ ਕੀਤਾ, ਬਾਹਰੋਂ ਤਾਂ ਚਿੱਟੇ ਵਸਤਰ ਪਾਏ ਲੇਕਿਨ ਅੰਦਰ ਤੂੰ ਔਗੁਣਾਂ ਦੇ ਨਾਲ ਭਰਿਆ ਹੋਇਆ ਹੈ। ਬਾਹਰ ਸੁਧਾ ਵਿੱਚ ਬਿਖ ਪੂਰੀ, ਬਾਹਰ ਤਾਂ ਅੰਮ੍ਰਿਤ ਵਾਂਗੂ ਤੇਰੇ ਮੂੰਹ ਦੇ ਵਿੱਚੋਂ ਅੰਮ੍ਰਿਤ ਝਲਕਦਾ ਹੈ। ਜਦੋਂ ਵੀ ਬਚਨ ਕਰਨਾ ਜੀ ਬੜਾ ਮਿੱਠਾ ਬਚਨ ਕਰਨਾ। ਕਈ ਵਾਰੀ ਪਿਆਰਿਓ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਝਾਸਾਂ ਖਾ ਜਾਂਦੇ ਹਾਂ, ਇਹ ਅਕਸਰ ਸੱਚੀ ਗੱਲ ਹੈ ਪਿਆਰਿਓ। ਕਈ ਵਾਰੀ ਸੱਚਾ ਬੰਦਾ ਜਿਹੜਾ ਨਾ ਉਹ ਚਾਪਲੂਸੀ ਨਹੀਂ ਕਰਦਾ, ਉਹ ਤਾਂ ਜੋ ਸਿੱਧੀ ਗੱਲ ਹੈ ਉਹ ਸਿੱਧਾ ਠੋਕ ਕੇ ਗੱਲ ਕਰਦਾ ਹੈ। ਲੇਕਿਨ ਜੋ ਹੁਸ਼ਿਆਰ ਹੁੰਦੇ ਹਨ, ਜੋ ਬੇਈਮਾਨ ਹੁੰਦੇ, ਉਹ ਕੀ ਕਰਦੇ, ਉਤੋਂ ਤਾਂ ਬਹੁਤ ਮਿੱਠੀਆਂ ਗੱਲਾਂ ਕਰਦੇ। ਜਦੋਂ ਉਹ ਗੱਲਾਂ ਕਰਦੇ ਨਾ, ਕਦੇ ਵੇਖੋ ਇੰਜ ਲੱਗਦਾ ਕਿ ਅੰਮ੍ਰਿਤ ਝੜ ਰਿਹਾ ਹੈ, ਅੰਮ੍ਰਿਤ। ਉਹਨਾਂ ਦੇ ਮੂੰਹੋਂ ਬਚਨ ਨਹੀਂ ਸਿੱਧਾ ਅੰਮ੍ਰਿਤ ਨਿਕਲਦਾ, ਲੇਕਿਨ ਅੰਦਰ ਉਹਨਾਂ ਦੇ ਜ਼ਹਿਰ ਭਰਿਆ ਹੋਇਆ ਹੁੰਦਾ, ਜ਼ਹਿਰ। ਆਪਨੇ ਵੇਖਿਆ ਹੋਵੇਗਾ ਕਈ ਵਾਰੀ ਆਪਾਂ ਕੋਈ ਸੌਦਾ ਲੈਣ ਵਾਸਤੇ ਵੀ, ਕਪੜਾ ਆਦਿਕ ਵੀ ਜੇ ਲੈਣਾ ਹੋਵੇ ਜਾਂ ਕੁਝ ਲੈਣਾ ਹੋਵੇ ਨਾ, ਤੇ ਕਦੇ ਚੱਲ ਜਾਓ ਤੇ ਜਦੋਂ ਕੁਝ ਲੈਣਾ ਹੋਵੇ ਬੰਦਾ ਕਿਸ ਤਰ੍ਹਾਂ ਉਹਦੇ ਮੂੰਹੋਂ ਅੰਮ੍ਰਿਤ ਛੱਡਦਾ, ਲਓ ਜੀ ਆਹ ਲੈ ਲਓ, ਇਹ ਤੁਹਾਡੇ ਵਾਸਤੇ ਹੈ ਜੀ, ਉਹ ਮੰਗਵਾਇਆ ਇਹ। ਲੇਕਿਨ ਇੱਕਦਮ ਬੋਲ ਦੋ ਸਭ ਵੇਖ ਕਰਕੇ ਨਹੀਂ ਲੈਣਾ, ਉਹਦਾ ਮੂੰਹ ਉਤਰ ਜਾਂਦਾ, ਫਿਰ ਉਹ ਸਿੱਧਾ ਬੋਲਦਾ ਮੂਰਖਾ ਨਹੀਂ ਲੈਣਾ ਤੇ ਐਵੇਂ ਝਖਮਾਰੀ ਕਿਉਂ ਕਰ ਰਿਹਾ ਸੀ, ਇੰਨਾ 2-4 ਘੰਟੇ ਮੇਰੇ ਖਰਾਬ ਕਰ ਦਿੱਤੇ, ਚੱਲ ਦਫਾ ਹੋ ਜਾ, ਨਿਕਲ ਜਾ। ਇਸ ਤਰ੍ਹਾਂ ਹੀ ਪਿਆਰਿਓ ਕਈ ਵਾਰੀ ਇਹੀ ਤਾਂ ਹੁੰਦਾ ਹੈ। ਸੱਚਾ ਬੰਦਾ ਜਿਹੜਾ ਚਾਪਲੂਸੀ ਦਾ ਨਹੀਂ ਕਰਦਾ, ਲੇਕਿਨ ਕਦੇ ਵੀ ਬੰਦੇ ਦੇ ਬਚਨਾਂ ਦੇ ਉੱਤੇ ਨਹੀਂ ਜਾਣਾ ਚਾਹੀਦਾ। ਚਾਣਕਿਆ ਵੀ ਕਹਿੰਦਾ, ਰਾਜਨੀਤੀ ਵੀ ਬੋਲਦੀ ਹੈ ਕਿ ਜੋ ਅੰਦਰ ਧੁਰਤ ਹੁੰਦੇ ਹਨ, ਬੇਈਮਾਨ ਹੁੰਦੇ ਹਨ, ਆਪਣੀ ਬੇਈਮਾਨੀ ਨੂੰ, ਆਪਣੀ ਜੋ ਧੁਰਤਤਾਈ ਹੈ ਉਹਨੂੰ ਛੁਪਾਉਣ ਵਾਸਤੇ ਉਹ ਚੰਗੇ ਬਚਨਾਂ ਦਾ ਸਹਾਰਾ ਲੈਂਦੇ ਹਨ। ਅੰਦਰ ਦਾ ਮਨ ਵਿੱਚ ਤਾਂ ਠੱਗੀ ਹੁੰਦੀ ਹੈ। ਆਪਾਂ ਇੱਕ ਕਹਾਵਤ ਪੜ੍ਹਦੇ ਆਂ, ਬੋਲਦੇ ਆਂ, ਆਪ ਸਾਰਿਆਂ ਨੂੰ ਪਤਾ ਹੈ ਕਿ ਮੂੰਹ ਮੇ ਰਾਮ ਔਰ ਬਗਲ ਮੈਂ ਛੁਰੀ ਬੋਲ ਕੇ, ਮੂੰਹ ਦੇ ਵਿੱਚੋਂ ਤਾਂ ਰਾਮ ਰਾਮ ਹੁੰਦਾ ਜੀ, ਰਾਮ 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 ਕਰਨਾ ਹੈ, ਤੇ ਫਿਰ ਅੰਦਰੋਂ ਤਾਂ ਛੁਰੀ ਕੱਢ ਕੇ ਬੈਠੇ ਹੋਏ ਹੁੰਦੇ। ਲਾਗੇ ਜਦੋਂ ਚੱਲ ਜਾਵੇ ਬੰਦਾ ਮਾਰ ਕਰਕੇ ਕੱਚਾ ਬੰਦੇ ਨੂੰ ਖਾ ਜਾਂਦੇ ਹਨ। ਤੇ ਮਹਾਰਾਜ ਜੀ ਨੇ ਕਿਹਾ ਕਿ ਤੂੰ ਉਤੋਂ ਤਾਂ ਬਹੁਤ ਮਿੱਠੇ ਬਚਨ ਕਰਦਾ, ਲੇਕਿਨ ਅੰਦਰ ਤੇਰੇ ਜ਼ਹਿਰ ਭਰਿਆ ਹੋਇਆ ਹੈ। ਗਹਿਕਾ ਜਮ ਦੇਵ ਹੈ ਦੁਖ ਪੂਰੀ, ਸੱਜਣਾ ਭਾਈ ਤੇਰਾ ਇੱਥੇ ਤਾਂ ਚੱਲ ਜਾਂਦਾ, ਇੱਥੇ ਤਾਂ ਕੌਣ ਵੇਖਣ ਵਾਲਾ ਹੈ, ਲੇਕਿਨ ਦਰਗਾਹ ਦੇ ਵਿੱਚ ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ, ਉਥੇ ਤਾਂ ਸੱਚ ਦਾ ਹੀ ਨਿਬੇੜਾ ਹੋਵੇਗਾ। ਭਾਵੇਂ ਤੂੰ ਜਿੰਨਾ ਮਰਜੀ ਅੰਮ੍ਰਿਤ ਚੜਾਈ ਜਾ, ਮੂੰਹ ਦੇ ਵਿੱਚੋਂ ਮਿੱਠੇ ਬੋਲ ਬੋਲੀ ਜਾ, ਅੰਦਰ ਜੇ ਤੇਰੇ ਮਨ ਵਿੱਚ ਕਪਟ ਹੈ ਤੇ ਫਿਰ ਜਮ ਨੇ ਤੇਰਾ ਅੰਮ੍ਰਿਤ ਝੜ ਰਿਹਾ ਉਹਨੂੰ ਨਹੀਂ ਵੇਖਣਾ, ਅੰਦਰ ਦਾ ਕਪਟ ਵੇਖ ਕਰਕੇ ਤੈਨੂੰ ਫੜ ਕਰਕੇ ਤੈਨੂੰ ਸਜ਼ਾ ਦੇਣੀ ਹੈ। ਜਬ ਜੰਜੀਰ ਤੋਹੇ ਘਰ ਪਾਵੇ, ਜਦੋਂ ਜਮਾ ਨੇ ਤੇਰੇ ਗਲ ਦੇ ਵਿੱਚ ਗਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਈ ਪਾਉਂਦੀ ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਕਿ ਐ ਮਨ ਦਿਆਂ ਅੰਨਿਆਂ ਤੇਰੇ ਗਲ ਦੇ ਵਿੱਚ ਜਦੋਂ ਜੰਜੀਰੀ ਪਾਈ ਜਾਵੇਗੀ, ਹੋਏ ਸ਼ਾਸਨਾ ਕੌਣ ਛੁਟਾਵੇ, ਜਦੋਂ ਤੈਨੂੰ ਦਰਗਾਹ ਦੇ ਵਿੱਚ ਸ਼ਾਸਨਾਵਾਂ ਕੰਮ ਕਰਕੇ ਤੂਨੇ ਇਹ ਮਾਇਆ ਨੂੰ ਹੜਪ ਕਰਨਾ ਕੀਤਾ, ਮਾਇਆ ਨੂੰ ਕਮਾਉਣਾ ਕੀਤਾ। ਕਾਜ ਨਾ ਆਵਹਿ ਜਬ ਬਿਲ ਲਾਏ, ਜਦੋਂ ਤੂੰ ਬਿਰਲਾਪ ਕਰੇਗਾ, ਜਮ ਦੀ ਮਾਰ ਪਵੇਗੀ, ਤਾਂ ਇਹ ਕੋਈ ਕੰਮ ਨਹੀਂ ਆਉਣਗੇ। ਇਹ ਮਾਇਆ ਜਿਹੜੀ ਹੈ ਤੇਰੀ ਧਰੀ ਦੀ ਧਰੀ ਰਹਿ ਜਾਵੇਗੀ। ਬੇਸ਼ੱਕ ਸੰਸਾਰ ਦੇ ਵਿੱਚ ਇਹ ਗਲਤ ਕੰਮ ਕਰਨ ਵਾਲੇ ਆਪਾਂ ਵੇਖਦੇ ਹਾਂ, ਕਈ ਜੋ ਹਨ ਚੰਗੇ ਵੱਡੇ, ਇਹ ਹਰ ਕਿਸੇ ਦੇ ਵਾਸਤੇ ਨਹੀਂ, ਲੇਕਿਨ ਜ਼ਿਆਦਾ ਕਰਕੇ ਕੋਈ ਮਾਇਆ ਇਹ ਕਰਕੇ ਜਦੋਂ ਮੰਤਰੀ ਆਦਿਕ ਬਣ ਜਾਂਦਾ, ਜਦੋਂ ਉਹ ਫੜੇ ਵੀ ਜਾਂਦੇ ਹਨ ਤਾਂ ਫਿਰ ਮਾਇਆ ਵਰਤ ਕਰਕੇ ਪਿਆਰਿਓ, ਜਦੋਂ ਆਪਨੇ ਵੀ ਵੇਖਿਆ ਹੋਵੇਗਾ, ਜਦੋਂ ਫੜੇ ਜਾਂਦੇ ਇੰਜ ਲੱਗਦਾ ਕਿ ਇਹਨਾਂ ਨੂੰ ਕਿੰਨੀ ਵੱਡੀ ਸਜ਼ਾ ਹੋਵੇਗੀ, ਲੇਕਿਨ ਮਾਇਆ ਵਰਤਾ ਕਰਕੇ ਉਹ ਛੁੱਟ ਜਾਂਦੇ ਹਨ।
ਤੇ ਉਹਨਾਂ ਨੂੰ ਲੱਗਦਾ ਕਿ ਭਾਈ ਸਾਨੂੰ ਫੜਨ ਵਾਲਾ ਕੋਈ ਵੀ ਨਹੀਂ ਹੈ, ਮਾਇਆ ਦੇ ਕਰਕੇ, ਰਿਸ਼ਵਤ ਦੇ ਕਰਕੇ ਆਪਾਂ ਬਚ ਜਾਵਾਂਗੇ। ਸੰਸਾਰ ਦੇ ਵਿੱਚ ਤਾਂ ਸੱਚ ਜਾਣੋ ਭਾਈ ਰਿਸ਼ਵਤ ਚੱਲਦੀ ਹੈ, ਬਸ ਰਿਸ਼ਵਤ ਦੇਣ ਵਾਲਾ ਚਾਹੀਦਾ ਹੈ ਤੇ ਅਗਲਾ ਜਿਹੜਾ ਮੁੱਲ ਪਾਉਣ ਵਾਲਾ ਚਾਹੀਦਾ, ਤੇ ਬਸ ਸੰਸਾਰ ਦੇ ਵਿੱਚ ਤਾਂ ਆਹੀ ਚੱਲਦਾ। ਲੇਕਿਨ ਦਰਗਾਹ ਦੇ ਵਿੱਚ ਉਥੇ ਤਾਂ ਮਾਇਆ ਨਹੀਂ ਜਾਵੇਗੀ ਤੇ ਰਿਸ਼ਵਤ ਕਿਸ ਤਰ੍ਹਾਂ ਚਲੇਗੀ? ਉਥੇ ਇਹ ਰਿਸ਼ਵਤ ਨਹੀਂ ਚੱਲਣੀ ਹੈ, ਉਥੇ ਤੂਨੇ ਇਹ ਮਾਇਆ ਦੇ ਨਾਲ ਕਿਹਨੂੰ ਵੀ ਨਹੀਂ ਖਰੀਦ ਸਕਣਾ। ਸੁਤ ਬਨਿਤਾ ਸੰਬੰਧੀ ਜੋਏ, ਜੋ ਤੇਰੇ ਬੱਚੇ ਹਨ, ਘਰ ਵਾਲੀ ਹੈ, ਸੰਬੰਧੀ ਆਦਿਕ, ਹੋਏ ਨਾ ਤੋਹੇ ਸਹਾਈ ਹੋਏ। ਦਰਗਾਹ ਦੇ ਵਿੱਚ ਤੇ ਉਹ ਇਹਨਾਂ ਨੇ ਤੇਰੀ ਕਿਨੇ ਵੀ ਬਾਣੀ ਫੜਨੀ ਹੈ, ਤੇਰੀ ਸਹਾਇਤਾ ਨਹੀਂ ਕਰਨੀ। ਭਾਵਹਿ ਪੀਰ ਪਰਿਓ ਚਿਰ ਕਾਲਾ, ਚਿਰ ਕਾਲ ਤੱਕ ਤੈਨੂੰ ਪੀੜਾ ਦੀ ਪ੍ਰਾਪਤੀ ਹੋਵੇਗੀ। ਤੂਨੇ ਦੋਜ਼ਖਾਂ ਦੀ ਅੱਗ ਦੇ ਵਿੱਚ ਤਪਦੇ ਰਹਿਣਾ। ਫਲ ਪਾਪਨ ਕੋ ਹੋਏ ਵਿਸਾਲਾ, ਇਹ ਪਾਪਾਂ ਦਾ ਫਲ ਦਰਗਾਹ ਦੇ ਵਿੱਚ ਤੈਨੂੰ ਬਹੁਤ ਜ਼ਿਆਦਾ ਹੋ ਕਰਕੇ ਪ੍ਰਾਪਤ ਹੋਣ ਵਾਲਾ ਹੈ। ਦਰਸ਼ਨ ਕਰ ਸੁਨ ਬਚਨ ਭਿਆਨੇ, ਸਤਿਗੁਰੂ ਮਹਾਰਾਜ ਜੀ ਦੇ ਪਹਿਲੀ ਤਾਂ ਗੱਲ ਪਿਆਰਿਓ ਦਰਸ਼ਨ ਕਰਕੇ, ਕਿਉਂਕਿ ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਪਿਆਰਿਓ ਬੜੇ ਕਮਾਲ ਦੇ ਹਨ। ਕਈ ਤਾਂ ਪਿਆਰਿਓ ਵੱਡੇ ਵੱਡੇ ਜੋ ਪਾਪੀ ਸਨ, ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਮਹਾਰਾਜ ਜੀ ਨੇ ਇਸ਼ਾਰਾ ਕਰ ਦਿੱਤਾ ਨਾ, ਇਸ਼ਾਰੇ ਦੇ ਵਿੱਚ ਹੀ ਉਹ ਬੈਕੁੰਠਾਂ ਨੂੰ ਚੱਲ ਗਏ। ਇੱਕ ਤਾਂ ਮਹਾਰਾਜ ਜੀ ਦੇ ਦਰਸ਼ਨ ਹੋਏ, ਮਹਾਰਾਜ ਜੀ ਦੇ ਤੇਜ ਪ੍ਰਤਾਪ ਦੇ ਇਹਨੇ ਦਰਸ਼ਨ ਕਰਨੇ ਕੀਤੇ, ਤੇ ਦੂਜਾ ਮਹਾਰਾਜ ਜੀ ਦੇ ਭਿਆਨ ਸਖਤਾਈ ਦੇ ਬਚਨ ਜਦੋਂ ਸੱਜਣ ਦੇ ਕੰਨਾਂ ਦੇ ਵਿੱਚ ਪਏ, ਸੱਜਣ ਨੇ ਸਰਵਣ ਕਰਨਾ ਕੀਤਾ। ਮਨ ਸੱਜਣ ਪੈ ਭਇਓ ਮਹਾਨੇ, ਸੱਜਣ ਠੱਗ ਜਿਹੜਾ ਕਿਤੋਂ ਵੀ ਨਹੀਂ ਡਰਦਾ ਸੀ ਨਾ, ਸਭ ਤੋਂ ਵੱਡਾ ਠੱਗ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਪਿਆਰਿਓ ਉਹਦੇ ਹੱਥ ਪੈਰ ਕੰਬਣ ਲੱਗੇ, ਕਿਉਂਕਿ ਮਹਾਰਾਜ ਜੀ ਨੇ ਸੱਚਾ ਬਚਨ ਕਰ ਦਿੱਤਾ। ਝੂਠਾ ਬੰਦਾ ਸੱਚ ਦੇ ਅੱਗੇ ਕੰਬ ਜਾਂਦਾ ਹੈ, ਇੱਕਦਮ ਡਾਵਾਂ ਡੋਲ ਹੋ ਜਾਂਦਾ। ਵਹਿ ਅਧੀਨ ਪਾਇਨ ਲਪਟਾਇਓ, ਵਹਿ ਅਧੀਨ ਪਾਇਨ ਲਪਟਾਇਓ, ਅਧੀਨ ਹੋ ਕਰਕੇ ਨਿਮਰਤਾ ਦੇ ਵਿੱਚ ਆ ਕਰਕੇ ਤੁਰੰਤ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਘੁੱਟ ਕੇ ਫੜਨਾ ਕੀਤਾ। ਹੱਥ ਜੋੜ ਕਰ ਬਚਨ ਅਲਾਇਓ, ਹੱਥ ਜੋੜ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਹੈ, ਬੇਨਤੀ ਕੀਤੀ। ਕਲ ਮਲ ਕੀਨੇ ਮੈਂ ਅਤ ਪਾਰੀ, ਕਹਿੰਦਾ ਸਤਿਗੁਰੂ ਮਹਾਰਾਜ ਸੱਚ ਜਾਣੋ, ਆਪ ਜੀ ਨੇ ਤਾਂ ਮੇਰਾ ਪੂਰਾ ਕਾਲਾ ਚਿੱਠਾ ਸਾਹਮਣੇ ਰੱਖ ਦਿੱਤਾ, ਤੇ ਆਪ ਹੁਣ ਕਹਿੰਦਾ, ਪਹਿਲੇ ਤਾਂ ਮਹਾਰਾਜ ਜੀ ਇਹਨੂੰ ਕਹਿੰਦੇ ਪਾਪੀਆ ਸੱਜਣ ਬਣ ਕਰਕੇ ਠੱਗਦਾ ਏ ਲੋਕਾਂ ਨੂੰ। ਹੁਣ ਆਪ ਕਹਿੰਦਾ ਮਹਾਰਾਜ ਨਾਮ ਹੀ ਮੇਰਾ ਸੱਜਣ ਹੈ, ਲੇਕਿਨ ਸੱਜਣ ਵਾਲੇ ਕੋਈ ਕਰਮ ਨਹੀਂ ਹੈ, ਮੈਂ ਤਾਂ ਠੱਗ ਹਾਂ, ਬਹੁਤ ਜ਼ਿਆਦੇ ਮੈਨੇ ਪਾਪ ਕਰਨੇ ਕੀਤੇ। ਅਬ ਰੱਖੋ ਹਾਂ ਸ਼ਰਨ ਤੁਮਾਰੀ, ਮੈਂ ਹੁਣ ਆਪ ਜੀ ਦੀ ਸ਼ਰਨ ਦੇ ਵਿੱਚ ਆ ਗਿਆ ਮਹਾਰਾਜ, ਹੁਣ ਆਪ ਜੀ ਮੇਰੀ ਰਾਖੀ ਕਰਨਾ ਕਰੋ। ਸੰਤ ਬਿਰਦ ਸਦ ਹੀ ਉਪਕਾਰੀ, ਤੇ ਆਪ ਜੀ ਦਾ ਬਿਰਦ ਜਿਹੜਾ ਸੰਤਾਂ ਵਾਲਾ ਹੈ, ਤੇ ਸੰਤ ਜੋ ਹੁੰਦੇ ਮਹਾਂਪੁਰਖ ਹੁੰਦੇ ਹਨ, ਪਰ ਉਪਕਾਰ ਨਿਤ ਚਿਤ ਵਧੇ। ਮਹਾਂਪੁਰਖ ਸਦਾ ਪਰ ਉਪਕਾਰ ਕਰਦੇ ਹਨ। ਹਮਰੇ ਕਰਮ ਨਾ ਵਿਚਰਹੁ ਠਾਕੁਰ, ਤੁਮ ਪੈਜ ਰੱਖੋ ਅਪਨੀਧੇ। ਸਾਡੇ ਕਰਮਾਂ ਦੀ ਵਿਚਾਰ ਨਾ ਕਰਨਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਤੁਸੀਂ ਤਾਂ ਆਪਣੇ ਧਰਾਨਾ ਤੁਹਾਡਾ ਬਿਰਧ ਹੈ, ਪਤਤਾਂ ਦਾ ਉਧਾਰ ਕਰਨ ਵਾਲੇ ਹੋ। ਰਾਵਰ ਮਿਲਤ ਭਈ ਸੁਧ ਸਾਰੀ, ਆਪ ਜੀ ਨੂੰ ਮਿਲ ਕਰਕੇ ਮਹਾਰਾਜ ਇਹ ਸਾਰੀ ਸੁਧ ਖਬਰ ਮੈਨੂੰ ਪ੍ਰਾਪਤ ਹੋ ਗਈ। ਗੁਰ ਕਹੈ ਪਾਪ ਕਰਨ ਤਜ ਦੇਈ, ਸਤਿਗੁਰੂ ਮਹਾਰਾਜ ਜੀ ਨੇ ਅੱਗੋਂ ਬਚਨ ਕੀਤਾ ਕਿਹਾ ਕਿ ਭਾਈ ਜੇ ਤੂਨੇ ਅੱਗੇ ਵਾਸਤੇ ਪਾਪ ਕਰਨੇ ਜੇ ਬੰਦ ਕਰ ਦਿੱਤੇ, ਤਾਂ ਕਰੁਣਾ ਕਰਤਾਰ ਕਰੇਈ, ਤਾਂ ਤੇਰੇ ਉੱਤੇ ਕਰੁਣਾ ਜੋ ਹੈ ਕਿਰਪਾ ਕਰਤਾਰ ਨੇ ਕਰਨੀ ਹੈ, ਸਾਡੇ ਆਸਾਨੇ ਨਹੀਂ ਕਿਰਪਾ ਕਰਨੀ। ਇਹ ਨਹੀਂ ਕਿਹਾ ਕਿ ਕੋਈ ਗੱਲ ਨਹੀਂ ਹੈ, ਕੋਈ ਪਿਆਰਿਓ ਸਾਡੇ ਕੋਲ ਵੀ ਆ ਜਾਵੇ ਨਾ, ਆਪਾਂ ਅਹੰਕਾਰ ਦੇ ਵਿੱਚ ਕਹਿ ਦਿੰਦੇ ਆ ਕੋਈ ਗੱਲ ਨਹੀਂ ਜੀ, ਮਾਫ ਕਰ ਦਿੱਤਾ, ਤੈਨੂੰ ਬਖਸ਼ ਲਿਆ, ਕੋਈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਮਹਾਰਾਜ ਨੇ ਕਿਹਾ ਕਿ ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਤੇ ਫਿਰ ਜਦੋਂ ਪਿਛਲੇ ਗੁਨਾਹਾਂ ਨੂੰ ਬਖਸ਼ ਕਰਕੇ ਪ੍ਰਭ ਆਗੇ ਮਾਰਗ ਪਾਵੇ ਸਤਿਗੁਰੂ ਮਹਾਰਾਜ, ਤੇ ਫਿਰ ਅੱਗੇ ਵਾਸਤੇ ਸ਼ੁਭ ਮਾਰਗ ਦੇ ਉੱਤੇ
ਉਹਨੂੰ ਪਾਉਂਦੇ ਹਨ। ਮਹਾਰਾਜ ਜੀ ਨੇ ਕਿਹਾ ਕਿ ਜੇ ਤੂੰ ਨੇ ਗਲਤ ਕੰਮ ਕਰਨਾ ਛੱਡ ਦਿੱਤਾ, ਇਹ ਪ੍ਰਣ ਕਰ ਲਿਆ ਤੇ ਰੱਬ ਨੇ ਤੇਰੇ ਉੱਤੇ ਕਿਰਪਾ ਕਰਨੀ ਹੈ। ਸਤਨਾਮ ਸਿਮਰੋ ਲਿਵ ਲਾਈ। ਉਹਨੂੰ ਕੀ ਉਪਦੇਸ਼ ਦਿੱਤਾ? ਮਹਾਰਾਜ ਜੀ ਨੇ ਕਿਹਾ ਫਿਰ ਤੂੰ ਜਾਪ ਕਰਨਾ ਕਰ, ਲਿਵ ਲਾ ਕਰਕੇ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਨਾ ਕਰ। ਭਲੋ ਜੀਉ ਕੋ ਹੋਏ ਸੁਖ ਪਾਈ। ਤੇ ਤੇਰਾ ਜੀਵਨ ਭਲਾ ਹੋਵੇਗਾ, ਤੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਦੋਹਰਾ ਕਪਨਾ ਅਗਾਰੀ ਹਾਂ ਕਰਾਂ, ਪਿਛਲੇ ਬਖਸ਼ੋ ਪਾਪ। ਹੁਣ ਸੱਜਣ ਕਹਿੰਦਾ ਮਹਾਰਾਜ ਹੁਣ ਅੱਗੇ ਵਾਸਤੇ ਮੈਂ ਗੁਨਾਹ ਕਰਦਾ ਹਾਂ, ਆਗੇ ਸਮਝ ਚਲੋ ਨੰਦ ਲਾਲਾ, ਪਾਛੇ ਜੋ ਬੀਤੀ ਸੋ ਬੀਤੀ। ਸਾਰੀ ਉਮਰ ਗੁਨਾਹੀ ਕੀਤੀ, ਹਰ ਕੀ ਭਗਤ ਨਾ ਕੀਤੀ। ਸਾਰੀ ਜ਼ਿੰਦਗੀ ਮਹਾਰਾਜ ਮੈਨੇ ਗੁਨਾਹ ਨੂੰ ਕਰਨਾ ਕੀਤਾ, ਕਦੇ ਭਗਤੀ ਨਹੀਂ ਕਰਨੀ ਕੀਤੀ। ਅੱਗੇ ਵਾਸਤੇ ਤਾਂ ਸੰਭਲ ਕੇ ਚੱਲਾਂਗਾ, ਲੇਕਿਨ ਪਿਛਲੇ ਔਗਣ ਆਪ ਜੀ ਮੇਰੇ ਬਖਸ਼ ਲੈਣਾ ਕਰੋ ਜੀ। ਉਪਦੇਸ਼ੋ ਸਿੱਖ ਕੀਜੀਏ, ਦੇਹੋ ਨਾਮ ਕੋ ਜਾਪ। ਮੈਨੂੰ ਉਪਦੇਸ਼ ਦਿਓ, ਆਪਣਾ ਸਿੱਖ ਬਣਾ ਕਰਕੇ ਆਪਣੇ ਨਾਮ ਦਾ ਜਾਪ ਜਿਹੜਾ ਹੈ ਮੈਨੂੰ ਦੇਣਾ ਕਰੋ, ਗੁਰ ਮੰਤਰ ਮੈਨੂੰ ਦਿਓ। ਚੌਪਈ ਮੋਰ ਕਰਮ ਕਰ ਇਤ ਤੁਮ ਆਏ। ਹੁਣ ਸੱਜਣ ਕਹਿੰਦਾ ਸਤਿਗੁਰੂ ਮਹਾਰਾਜ ਮੈਨੂੰ ਲੱਗ ਰਿਹਾ ਮੇਰਾ ਉਧਾਰ ਕਰਨ ਵਾਸਤੇ, ਮੇਰੇ ਉੱਤੇ ਕਿਰਪਾ ਕਰਨ ਵਾਸਤੇ ਆਪ ਲੱਗਦਾ ਇੰਨੇ ਦੂਰੋਂ ਚੱਲ ਕੇ ਆਏ ਹੋ, ਇਹ ਮੇਰੇ ਵਾਸਤੇ ਹੀ ਆਪ ਜੀ ਆਏ। ਕਹੇ ਇਉ ਰਹਿਓ ਚਰਨ ਲਪਟਾਏ। ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਜਿਸ ਤਰ੍ਹਾਂ ਕਿ ਸੱਪ ਪਿਆਰਿਓ ਲਪੇਟਾ ਮਾਰ ਕੇ ਬਹਿ ਜਾਂਦਾ ਹੈ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਲਿਪਟ ਗਿਆ। ਕਿਰਪਾ ਧਾਰ ਗੁਰ ਬਚਨ ਉਚਾਰਾ। ਕਿਰਪਾ ਧਾਰਨ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹਦੇ ਤਾਂ ਹੀ ਬਚਨ ਕੀਤਾ। ਇਹੋ ਮਿਰਾਸੀ ਗੁਰੂ ਤੁਮਾਰਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਆ ਜੋ ਸ਼ਹਿਜ਼ਾਦਾ ਮਿਰਾਸੀ ਹੈ, ਇਹ ਤੇਰਾ ਗੁਰੂ ਹੈ ਭਾਈ। ਇਸਕੇ ਮਾਨੇ ਭਲਾ ਜਨੀਜੈ। ਇਹਨੂੰ ਮੰਨਣਾ ਕਰ ਤੇ ਇਹਦੇ ਵਿੱਚ ਹੀ ਤੇਰਾ ਭਲਾ ਹੋਵੇਗਾ। ਕਰਨੇ ਪਾਪ ਸਰਬ ਤਜ ਦੀਜੈ। ਅੱਗੇ ਵਾਸਤੇ ਪਾਪ ਕਰਨ ਦਾ ਤੂੰ ਤਿਆਗ ਕਰ ਦੇਣਾ ਕਰ। ਇਹਦੀ ਗਵਾਹੀ ਭਾਈ ਗੁਰਦਾਸ ਸਾਹਿਬ ਜੀ ਨੇ ਇਹਦੇ ਆਪਣੀਆਂ ਵਾਰਾਂ ਦੇ ਵਿੱਚ ਉਹਨਾਂ ਨੇ ਗਵਾਹੀ ਦਿੱਤੀ ਹੈ। ਮਹਾਰਾਜ ਜੀ ਨੇ ਕਿਹਾ ਨਾ ਕਿ ਰਾਣਾ ਰੰਕ ਬਰਾਬਰੀ, ਪੈਰੀ ਪਾਉਣਾ ਜਗ ਵਰਤਾਇਆ। ਸਤਿਗੁਰੂ ਮਹਾਰਾਜ ਜੀ ਨੇ ਭਾਵੇਂ ਕੋਈ ਰਾਣਾ ਹੋਵੇ, ਭਾਵੇਂ ਕੋਈ ਰੰਕ ਹੋਵੇ, ਭਿਖਾਰੀ ਹੋਵੇ, ਸਾਰਿਆਂ ਨੂੰ ਬਰਾਬਰ ਕਰ ਦਿੱਤਾ। ਇਸ ਕਰਕੇ ਪਿਆਰਿਓ ਗੁਰਸਿੱਖਾਂ ਦੇ ਵਿੱਚ ਭਾਵੇਂ ਕੋਈ ਜਿੰਨਾ ਮਰਜੀ ਮਾਇਆ ਧਾਰੀ ਹੋਵੇ ਜਾਂ ਅੱਤ ਦਾ ਕੋਈ ਗਰੀਬ ਹੋਵੇ, ਜਿਹੜਾ ਵੀ ਅੰਮ੍ਰਿਤ ਛਕ ਲੈਂਦਾ ਉਹ ਸਾਡਾ ਗੁਰ ਭਾਈ ਹੈ, ਉਹ ਸਾਡਾ ਬਰਾਬਰ ਦਾ ਹਿੱਸਾ ਰੱਖਦਾ। ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਭਾਈ ਇਹ ਅਮੀਰ ਸਿੰਘ ਹੈ ਜਾਂ ਇਹ ਗਰੀਬ ਸਿੰਘ ਹੈ। ਜਿਹੜਾ ਵੀ ਪਿਆਰਿਓ ਸਿੰਘ ਹੀ ਹੁੰਦਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਸਾਰਿਆਂ ਨੂੰ ਬਰਾਬਰ ਕਰ ਦਿੱਤਾ ਤੇ ਪੈਰੀ ਪਾਉਣਾ ਜਗ ਵਰਤਾਇਆ। ਆਮ ਆਪਾਂ ਅਕਸਰ ਤੱਕਦੇ ਹਾਂ ਛੋਟੇ ਜੋ ਹਨ ਵੱਡਿਆਂ ਦੇ ਪੈਰੀ ਪੈਂਦੇ ਹਨ, ਲੇਕਿਨ ਮਹਾਰਾਜ ਜੀ ਨੇ ਵੱਡਿਆਂ ਨੂੰ ਜਿਹੜੇ ਨੀਵੇਂ ਸਨ, ਛੋਟੇ ਸਨ, ਉਹਨਾਂ ਦੇ ਚਰਨਾਂ ਦੇ ਵਿੱਚ ਪਵਾ ਦਿੱਤਾ। ਸੰਖੇਪ ਦੇ ਵਿੱਚ ਆਪਾਂ ਪਿਆਰਿਓ ਟਿਊਕ ਦੇ ਮਾਤਰ ਆਪਾਂ ਨੇ ਲੈਣਾ ਹੈ ਤੇ ਮਹਾਰਾਜ ਜੀ ਨੇ ਸਾਲਸਰਾਏ ਜੋਰੀ ਦੇ ਕੋਲ ਭਾਈ ਮਰਦਾਨੇ ਨੂੰ ਭੇਜਿਆ ਤੇ ਸਾਲਸਰਾਏ ਜੋਰੀ ਸ਼ਰਧਾ ਭਾਵਨਾ ਧਾਰਨ ਕਰਕੇ ਆਪ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਦੋਂ ਆ ਰਿਹਾ ਸੀ, ਉਹਨੇ ਆਪਣੇ ਨੌਕਰ ਅਧਰਕੇ ਨੂੰ ਅੱਗੇ ਭੇਜ ਦਿੱਤਾ। ਕਿਹਾ ਅਧਰਕਿਆ ਕਿ ਆ ਪ੍ਰਸ਼ਾਦਾ ਪਾਣੀ ਲੈ ਕੇ ਜਾ, ਸਤਿਗੁਰੂ ਮਹਾਰਾਜ ਜੀ ਦੀ ਤੂੰ ਟਹਿਲ ਕਰਦਾ ਕਰ, ਚੱਲ ਮੈਂ ਪਿੱਛੋਂ ਤੇਰੇ ਕੋਲ ਆ ਰਿਹਾ। ਅਧਰਕਾ ਜਦੋਂ ਆਇਆ, ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ। ਉਹ ਨਿਮਾਣਾ ਨਿਤਾਣਾ ਜਿਹੜਾ ਹੈ ਇੱਕਦਮ ਦੀਨਹੀਨ ਕੰਗਾਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਦਿੱਤਾ। ਕਿਹਾ ਸਤਿਗੁਰੂ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਿਓ। ਪਹਿਲੇ ਮਹਾਰਾਜ ਜੀ ਨੇ ਉਹਦੇ ਉੱਤੇ ਕਿਰਪਾ ਕੀਤੀ। ਫਿਰ ਸਾਰਸਰਾਏ ਜੋਰੀ ਜਦੋਂ ਆਇਆ, ਕਿਹਾ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਲੱਗ ਕਰਕੇ ਕਹਿੰਦਾ ਕਿਰਪਾ ਕਰੋ ਸਤਿਗੁਰੂ ਮਹਾਰਾਜ ਮੇਰਾ ਉਧਾਰ ਕਰ ਦਿਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸਾਲਸਰਾਏ ਜੋਰੀ, ਜੇ ਤੂੰ ਆਪਣਾ ਉਧਾਰ ਕਰਨਾ ਚਾਹੁੰਦਾ ਤੇ ਪਹਿਲੇ ਆਪਣਾ ਨੌਕਰ ਜੋ ਹੈ ਅਧਰਕਾ, ਇਹਦੇ ਪੈਰਾਂ ਦੇ ਉੱਤੇ ਤੂੰ ਪੈ ਜਾ, ਇਹਦੇ ਮੱਥਾ ਟੇਕਣਾ ਕਰ, ਤਾਂ ਤੇਰਾ ਉਧਾਰ ਹੋਵੇਗਾ। ਤੇ ਸਾਲਸਰਾਏ ਜੋਰੀ ਵੀ ਪਿਆਰਿਓ ਧਨਤਾ ਦੇ ਯੋਗ ਹੈ। ਜਿਹੜਾ ਨੌਕਰ ਸਾਰੀ ਜ਼ਿੰਦਗੀ ਉਹਦੇ ਘਰ ਦੇ ਵਿੱਚ ਚਾਕਰੀ ਕਰਦਾ ਸੀ, ਝਾੜੂ ਬੌਕਰ ਫੇਰਦਾ ਸੀ,
ਛੋਟੇ ਮੋਟੇ ਕੰਮ ਕਰਦਾ ਸੀ, ਅੱਜ ਉਹਦੇ ਪੈਰ ਜਿਹੜੇ ਗੰਦਗੀ ਦੇ ਵਿੱਚ ਲਿਬੜੇ ਹੋਏ ਹਨ ਅਧਰਕੇ ਦੇ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਸਾਲਸਰਾਏ ਨੇ ਦੇਰੀ ਨਹੀਂ ਲਾਈ, ਤੁਰੰਤ ਅਧਰਕੇ ਦੇ ਚਰਨਾਂ ਨੂੰ ਪੈਰਾਂ ਨੂੰ ਫੜ ਕਰਕੇ ਮੱਥਾ ਟੇਕ ਦਿੱਤਾ ਤੇ ਕਿਹਾ, ਸਤਿਗੁਰੂ ਮਹਾਰਾਜ ਇਹ ਤਾਂ ਮੇਰਾ ਨੌਕਰ ਹੈ ਬੰਦਾ, ਜੇ ਆਪ ਜੀ ਬੋਲੋ ਕਿ ਸਾਲਸਰਾਏ ਆ ਕੁੱਤਾ ਜਿਹੜਾ ਗੰਦਗੀ ਦੇ ਵਿੱਚ ਹੈ ਉਹਦੇ ਪੈਰੀ ਪੈ ਜਾ, ਜੇ ਆਪ ਜੀ ਬੋਲੋ ਆ ਸੂਰ ਜਿਹੜਾ ਹੈ ਇਹਦੇ ਚਰਨਾਂ ਦੇ ਵਿੱਚ ਪੈਰਾਂ ਦੇ ਵਿੱਚ ਪੈ ਜਾ, ਮੈਨੇ ਦੇਰੀ ਨਹੀਂ ਲਾਉਣੀ ਹੈ ਮਹਾਰਾਜ, ਮੈਂ ਉਹਨਾਂ ਦੀ ਵੀ ਪੈਰੀ ਪੈ ਜਾਣਾ, ਕਿਉਂਕਿ ਮੈਨੇ ਆਪ ਜੀ ਦਾ ਬਚਨ ਮੰਨਦਾ। ਹੁਣ 84 ਪਿਆਰਿਓ ਇਹ ਨਿੱਕੀ ਛੋਟੀ ਜਾਤ ਹੁੰਦੀ ਹੈ ਤੇ ਬਹੁਤ ਇਹਨਾਂ ਨੂੰ ਜ਼ਿਆਦਾ ਸਨਮਾਨ ਨਹੀਂ ਹੁੰਦਾ, ਤੇ ਫਿਰ ਵੀ ਗਰੀਬ ਵੀ ਹੈ ਤੇ ਜਾਤ ਕਰਕੇ ਵੀ ਜਿਹੜਾ ਹੈ ਨੀਵਾ ਹੈ, ਫਿਰ ਵੀ ਮਹਾਰਾਜ ਜੀ ਨੇ ਕਿਹਾ ਨਾ ਕਿ ਇਹਦੇ ਚਰਨਾਂ ਦੇ ਵਿੱਚ ਪੈਰਾਂ ਦੇ ਵਿੱਚ ਲੱਗ ਜਾ ਤਾਂ ਤੇਰਾ ਉਧਾਰ ਹੋਵੇਗਾ। ਸ਼ਹਿਜ਼ਾਦੇ ਕੋ ਬੰਧਨ ਕਰੀ, ਤੁਰੰਤ ਪਿਆਰਿਓ ਜਿਹੜਾ ਸੱਜਣ ਠੱਗ ਉਹਨੇ ਸ਼ਹਿਜ਼ਾਦੇ ਨੂੰ ਬੰਦਨਾ ਕੀਤੀ। ਸੱਜਣ ਭਾ ਨਿਹਾਲਤ ਹੈ ਕਰੀ, ਉਹ ਘੜੀ ਸੱਜਣ ਜਿਹੜਾ ਹੈ ਨਿਹਾਲ ਹੋ ਗਿਆ। ਗੁਰ ਕਹੈ ਸਦਨ ਪਾਪ ਧਨ ਜੋ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਸੱਜਣਾ ਭਾਈ, ਜਿੰਨਾ ਤੂਨੇ ਪਾਪ ਕਰਕੇ ਇਹ ਮਾਇਆ ਨੂੰ ਇਕੱਤਰ ਕਰਨਾ ਕੀਤਾ ਸੀ, ਆਪ ਲੁਟਾਏ ਦੀਜੈ ਸਭ ਸੋ, ਬਸ ਉਹ ਮਾਇਆ ਜਿਹੜੀ ਹੈ ਉਹ ਆਮ ਜਨਤਾ ਦੀ, ਗਰੀਬਾਂ ਦੀ ਉਹ ਮਾਇਆ ਤੇਰਾ ਕੋਈ ਹੱਕ ਨਹੀਂ ਹੈ। ਜੇ ਤੂੰ ਆਪਣਾ ਭਲਾ ਮਨਾਉਣਾ ਚਾਹੁੰਦਾ, ਉਹ ਮਾਇਆ ਗਰੀਬਾਂ ਦੀ ਗਰੀਬਾਂ ਦੇ ਵਿੱਚ ਤੂੰ ਵੰਡ ਦੇਣਾ ਕਰ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਿਆਰਿਓ ਮਿਸਰ ਦਾ ਰਾਜਾ ਜਿਹੜਾ ਸੀ ਨਾ ਕਾਰੂ ਬਾਦਸ਼ਾਹ, ਤੇ 45 ਗੰਜ ਜਿਹਨੇ ਮਾਇਆ ਨੂੰ ਜੋੜਨਾ ਕੀਤਾ, ਕਬਰਾਂ ਨੂੰ ਵੀ ਪੁੱਟ ਕਰਕੇ ਇੱਕ ਟਕਾ ਜਿਹਨੇ ਬਾਹਰ ਕੱਢ ਲਿਆ ਸੀ। ਬਹੁਤ ਸਾਰੀ ਪ੍ਰਜਾ ਉਹਦੀ ਦੁਖੀ ਸੀ, ਕਿਹਦੇ ਕੋਲ ਵੀ ਮਾਇਆ। ਇੰਨਾ ਅੱਤ ਦਾ ਜ਼ਾਲਮ ਬਾਦਸ਼ਾਹ ਰਾਜਾ ਜਦੋਂ ਸਤਿਗੁਰੂ ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਉਹਨੂੰ ਉਪਦੇਸ਼ ਦਿੱਤਾ, ਕੰਬ ਗਿਆ, ਕਹਿਣ ਲੱਗਾ ਸਤਿਗੁਰੂ ਮਹਾਰਾਜ ਕਿਰਪਾ ਕਰੋ, ਮੇਰਾ ਉਧਾਰ ਕਰੋ। ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਕਾਰੂ ਬਾਦਸ਼ਾਹ 45 ਗੰਜ ਜੋ ਮਾਇਆ ਜੋੜਨੀ ਕੀਤੀ, ਇਹ ਗਰੀਬਾਂ ਦੀ ਮਾਇਆ ਹੈ, ਇਹ ਗਰੀਬਾਂ ਨੂੰ ਇਹ ਵੰਡ ਦੇਣਾ ਕਰ, ਤੇਰਾ ਕੋਈ ਅਧਿਕਾਰ ਨਹੀਂ ਹੈ। ਤੇ ਪਿਆਰਿਓ ਉਹਨੇ ਦੇਰੀ ਨਹੀਂ ਲਾਈ, ਤੁਰੰਤ ਸਾਰੀ ਮਾਇਆ ਜੋ ਹੈ ਗਰੀਬਾਂ ਦੀ ਲੁੱਟੀ ਹੋਈ ਮਾਇਆ ਗਰੀਬਾਂ ਨੂੰ ਉਹਨੇ ਵੰਡ ਦੇਣਾ ਕੀਤਾ। ਇਸ ਤਰ੍ਹਾਂ ਹੀ ਸੱਜਣ ਜਿਹੜਾ ਠੱਗੀ ਮਾਰਦਾ ਸੀ, ਲੋਕਾਂ ਤੋਂ ਮਾਇਆ ਠੱਗਦਾ, ਅੱਜ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਸੱਚ ਸੰਤ ਬਣ ਗਿਆ, ਸਾਰੀ ਮਾਇਆ ਉਹਨੇ ਗਰੀਬਾਂ ਦੇ ਵਿੱਚ ਲੁਟਾ ਦਿੱਤੀ। ਮਾਰਿਓ ਬਚਨ ਨਿਕਟ ਜੋ ਦਰਬਾਰ, ਮਹਾਰਾਜ ਜੀ ਦਾ ਬਚਨ ਮੰਨ ਕਰਕੇ ਜਿੰਨੀ ਉਹਦੇ ਕੋਲ ਮਾਇਆ ਹੈ, ਰੰਕ ਬੁਲਾਏ ਲੁਟਾਇਓ ਸਰਬਾ, ਗਰੀਬਾਂ ਨੂੰ ਬੁਲਾ ਕਰਕੇ ਸਾਰੀ ਮਾਇਆ ਇਹਨੇ ਧਨ ਸੰਪਤੀ ਨੂੰ ਲੁਟਾ ਦਿੱਤਾ। ਬਖਸ਼ਿਓ ਇਸ ਪ੍ਰਕਾਰ ਤਿਸ ਤਾਈ, ਸਤਿਗੁਰੂ ਨਾਮਨ ਕੀਤਾ ਹੈ। ਖੁਰਮੇਪੁਰ ਮਹਿ ਪਹੁੰਚੇ ਜਾਈ, ਖੁਰਮਾ ਨਗਰ ਜਿਹੜਾ ਪਿਆਰਿਓ ਭਾਈ ਮਰਦਾਨਾ ਜੀ ਦਾ ਅੰਤਮ ਅਸਥਾਨ, ਉੱਥੇ ਜਿਨ੍ਹਾਂ ਦਾ ਸੰਸਕਾਰ ਹੋਇਆ ਸੀ, ਉਹ ਨਗਰ ਪਹੁੰਚ ਗਏ। ਸ਼ਹਿਜ਼ਾਦੇ ਸੋ ਗਿਰਾ ਅਲਾਈ, ਮਹਾਰਾਜ ਜੀ ਨੇ ਸਹਿਜ਼ਾਦੇ ਦੇ ਤਾਈ ਬਚਨ ਕਰਨਾ ਕੀਤਾ। ਨਗਰ ਮਹਾਨ ਰੁਚਿਰ ਸਥਾਨਾ, ਸਤਿਗੁਰੂ ਜੀ ਕਹਿਣ ਲੱਗੇ, ਵੇ ਸ਼ਹਿਜ਼ਾਦਿਆ, ਇਹ ਨਗਰ ਬਹੁਤ ਵੱਡਾ ਹੈ, ਮਹਾਨ ਹੈ, ਬਹੁਤ ਸੋਹਣੀ ਇਹਦੀ ਬਣਤਰ ਹੈ। ਇਹਨੋ ਦਾਹੋ ਇਹਾਂ ਮਰਦਾਨਾ, ਇਹ ਨਗਰ ਹੈ, ਆ ਇਹ ਇਲਾਕਾ, ਇਹ ਅਸਥਾਨ, ਇੱਥੇ ਤੇਰੇ ਪਿਤਾ ਦਾ ਦਾਹ ਸੰਸਕਾਰ ਕਰਨਾ ਕੀਤਾ। ਸੁਨ ਕੈ ਸ਼ਰੋਨ ਦੇਖ ਥਲ ਤਾਈ, ਸੁਣ ਕਰਕੇ ਉਹ ਥਲ ਨੂੰ ਜਦੋਂ ਸ਼ਹਿਜ਼ਾਦੇ ਨੇ ਵੇਖਿਆ ਹੈ, ਬੰਦਨ ਕੀਨੀ ਸੀਸ ਝੁਕਾਈ, ਹੱਥ ਜੋੜ ਕਰਕੇ ਸਿਰ ਨਵਾ ਕਰਕੇ ਬੰਦਨਾ ਕੀਤੀ। ਗੁਰ ਕਹੈ ਬਚਨ ਹਮਾਰਾ ਮਨ ਹੋ, ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਹੁਣ ਸਾਡਾ ਬਚਨ ਮੰਨਣਾ ਕਰ। ਇਹ ਥਲ ਰਹੋ ਕੁਟੰਬ ਨਿਜ ਆਨੋ, ਇਹ ਥਲ ਇਹ ਅਸਥਾਨ ਤੇ ਰਹਿ, ਆਪਣਾ ਪਰਿਵਾਰ ਵੀ ਤੂੰ ਇੱਥੇ ਲੈ ਕੇ ਆ ਜਾ ਖੁਰਮੇ ਵਿੱਚ। ਮਰਦਾਨੇ ਕੇ ਸਮ ਤੂੰ ਹੋਏ, ਤੂੰ ਮਰਦਾਨੇ ਦੇ ਸਮਾਨ ਹੋਵੇਗਾ। ਜਿਸ ਤਰ੍ਹਾਂ ਸਿੱਖ ਜਗਤ ਦੇ ਵਿੱਚ ਮਰਦਾਨੇ ਦੀ ਮਨੌਤ ਹੈ, ਪੂਜਾ ਕੀਤੀ ਜਾਂਦੀ ਹੈ, ਉਹਨੂੰ ਮੰਨਿਆ ਜਾਂਦਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਇਆ, ਉਹਨਾਂ ਦੀ ਵੀ ਪੂਜਾ ਹੁੰਦੀ ਹੈ। ਪੂਜੈ ਹੈ ਪਗ ਸਗਰੋ ਪੁਰ ਜੋਏ, ਸਾਰਾ ਨਗਰ ਜਿਹੜਾ ਖੁਰਮਾ ਸ਼ਹਿਰ ਇਹ ਤੇਰੀ ਪੂਜਾ ਕਰੇਗਾ, ਤੈਨੂੰ ਮੰਨੇਗਾ। ਦੋਹਰਾ
शहजादे कर बंद कै पुन बूझे जगतेश। ਸ਼ਹਿਜ਼ਾਦੇ ਨੇ ਹੱਥ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਤਾਂ ਹੀ ਪੁੱਛਣਾ ਕੀਤਾ। हमरा को अविलंब है तुम गवन हो परदेश। ਕਹਿੰਦਾ ਸਤਿਗੁਰੂ ਮਹਾਰਾਜ ਮੇਰਾ ਆਸਰਾ ਕੌਣ ਹੋਵੇਗਾ, ਕਿਉਂਕਿ ਤੁਸੀਂ ਤਾਂ ਮਹਾਰਾਜ ਨੀ ਓਟਿਆਂ ਦੀ ਓਟ ਹੋ, ਨੀ ਆਸਰਿਆਂ ਦੇ ਆਸਰਿਓ, ਸਾਡਾ ਇੱਥੇ ਪ੍ਰਦੇਸਾਂ ਦੇ ਵਿੱਚ ਕੌਣ ਆਸਰਾ ਹੋਵੇਗਾ ਜੀ। ਚੌਪਈ श्री गुर भनियो निकेत तुम्हारे। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਹਾ ਕਿ ਵੇ ਸ਼ਹਿਜ਼ਾਦਿਆ ਤੇਰੇ ਘਰ ਦੇ ਵਿੱਚ ਸਰਬ ਪਦਾਰਥ ਹੋਏ ਸੁਖਾਰੇ। ਤੂੰ ਐਵੇਂ ਮਨ ਦੇ ਵਿੱਚ ਚਿੰਤਾ ਨਾ ਕਰਨਾ ਕਰ, ਤੈਨੂੰ ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋਵੇਗੀ, ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਬੰਸ ਬ੍ਰਿਧ ਹੋਵਹੁੰਗੋ ਤੁਮਰਾ। ਤੇਰਾ ਬਾਂਸ ਵੀ ਬਹੁਤ ਜ਼ਿਆਦਾ ਬਿਰਧ ਹੋਵੇਗਾ। ਇਹ ਪਿਆਰਿਓ ਸਾਖੀ ਸੁਣ ਕੇ ਦਾਸ ਨੂੰ ਇੱਕ ਗੱਲ ਚੇਤੇ ਆਈ ਹੈ। ਆਪਣੇ ਹਜੂਰ ਸਾਹਿਬ ਦੇ ਨਾਲ ਪਿਆਰਿਓ ਉਹ ਇਤਿਹਾਸ ਜੁੜਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਪ੍ਰਭਪੁਰ ਪਿਆਨਾ ਕਰਨਾ ਕੀਤਾ, ਅਸਥਾਨ ਦੀ ਜ਼ਿੰਮੇਦਾਰੀ ਸੇਵਾ ਭਾਈ ਸੰਤੋਖ ਸਿੰਘ ਜੀ ਪਹਿਲੇ ਜਥੇਦਾਰ ਹੋਏ ਹਨ ਪਿਆਰਿਓ ਤਖਤ ਸਾਹਿਬ ਜੀ ਦੇ। ਮਹਾਰਾਜ ਜੀ ਨੇ ਉਹਨਾਂ ਨੂੰ ਜ਼ਿੰਮੇਦਾਰੀ ਦਿੱਤੀ ਸੀ ਕਿ ਸੰਤੋਖ ਸਿੰਘ ਜੀ ਇੱਥੇ ਇਹ ਥਲ ਰਹੋ, ਦੇਗ ਵਰਤਾਵੋ, ਇੱਥੇ ਰਹਿ ਕਰਕੇ ਦੇਗ ਵਰਤਾਉਣਾ ਕਰੋ ਤੇ ਲੰਗਰ ਪਾਣੀ ਚਲਾਉਣਾ ਕਰੋ। ਤਾਂ ਉਸ ਵੇਲੇ ਭਾਈ ਸੰਤੋਖ ਸਿੰਘ ਨੇ ਬਚਨ ਕੀਤਾ, ਕਿਹਾ ਸਤਿਗੁਰੂ ਮਹਾਰਾਜ ਇਹ ਹੁਣ ਪ੍ਰਦੇਸਾਂ ਦਾ ਇਲਾਕਾ ਹੈ, ਇੱਥੇ ਮਰੱਠੇ ਲੋਕ ਰਹਿੰਦੇ ਹਨ, ਬੋਲੀ ਵੱਖਰੀ ਹੈ, ਲੋਕ ਵੱਖਰੇ ਹਨ। ਚਲੋ ਆਪਣਾ ਇਲਾਕਾ ਹੁੰਦਾ ਤੇ ਗੱਲ ਬਣ ਜਾਂਦੀ ਹੈ ਕਿ ਚਲੋ ਜੀ ਆਪਣੇ ਬੰਦੇ ਉਗਰਾਈ ਕਰ ਲਵਾਂਗੇ। ਆਪ ਜੀ ਕਹਿੰਦੇ ਲੰਗਰ ਇੱਥੇ ਵਰਤਾਓ ਤੇ ਮਾਇਆ ਕਿੱਥੋਂ ਆਵੇਗੀ ਮਹਾਰਾਜ, ਸਾਨੂੰ ਕਿਹਦਾ ਆਸਰਾ ਹੋਵੇਗਾ। ਸਤਿਗੁਰੂ ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਕੋਈ ਗੱਲ ਨਹੀਂ ਹੈ, ਫਿਕਰ ਕਰਨ ਦੀ ਲੋੜ ਨਹੀਂ ਹੈ, ਅਸੀਂ ਹਾਜ਼ਰਾ ਹਜ਼ੂਰ ਹੋਵਾਂਗੇ, ਅਸੀਂ ਜ਼ਾਹਰਾ ਜ਼ਹੂਰ ਹੋਵਾਂਗੇ, ਜਦੋਂ ਵੀ ਲੋੜ ਪਈ ਅਰਦਾਸ ਕਰ ਦੇਣਾ ਕਰੋ, ਅਸੀਂ ਆਪ ਕਾਰਜ ਰਾਸ ਕਰਨੇ ਹਨ। ਤੇ ਰਹੀ ਗੱਲ ਮਾਇਆ ਦੀ, ਤੇ ਸਤਿਗੁਰੂ ਮਹਾਰਾਜ ਜੀ ਨੇ ਭਾਈ ਸੰਤੋਖ ਸਿੰਘ ਜੀ ਜੋ ਪਹਿਲੇ ਜਥੇਦਾਰ ਹੋਏ ਉਹਨਾਂ ਨੂੰ ਬਚਨ ਕੀਤਾ ਕਿ ਖੀਸਾ ਜਿਹੜਾ ਹੈ ਸਾਡਾ ਹੋਵੇਗਾ, ਹੱਥ ਤੁਹਾਡਾ ਹੋਵੇਗਾ। ਮਾਇਆ ਦੀ ਜਦੋਂ ਵੀ ਲੋੜ ਪਵੇਗੀ ਸਾਡੇ ਬੋਝੇ ਦੇ ਵਿੱਚੋਂ ਖੀਸੇ ਵਿੱਚੋਂ ਮਾਇਆ ਕੱਢ ਕਰਕੇ ਇਹ ਲੋਕ ਭਲਾਈ ਲੰਗਰ ਵਾਸਤੇ ਮਾਇਆ ਲਾ ਲੈਣਾ ਕਰੋ। ਮਨ ਹੋ ਸਾਚ ਬਚਨ ਓ ਹਮਰਾ। ਸਤਿਗੁਰੂ ਜੀ ਕਹਿਣ ਲੱਗੇ ਸਾਡਾ ਬਚਨ ਸੱਤ ਕਰਕੇ ਮੰਨਣਾ ਕਰ ਭਾਈ। ਚਿੰਤ ਕਰੋ ਜਬ ਹੀ ਮਨ ਮਾਹੀ। ਜਦੋਂ ਵੀ ਤੇਰੇ ਮਨ ਦੇ ਵਿੱਚ ਕੋਈ ਚਿੰਤਾ ਆ ਜਾਵੇਗੀ, ਕੋਈ ਫਿਕਰ ਆ ਜਾਵੇਗਾ, ਆਵੈ ਨਿਕਟ ਦੇਰ ਕਛ ਨਾਹੀ। ਬਸ ਤੂੰ ਅਰਦਾਸ ਕਰੋ ਸਤਿ ਪ੍ਰਤੀਤਾ। ਇਸ ਤਰ੍ਹਾਂ ਇਹ ਸਾਡੇ ਬਚਨਾਂ ਦੇ ਉੱਤੇ ਸੱਤ ਜਾਣ ਕਰਕੇ ਵਿਸ਼ਵਾਸ ਪ੍ਰਤੀਤੀ ਕਰਨਾ ਕਰ। ਡੋਲੋ ਨਹੀਂ ਰਾਖ ਥਿਰ ਚੀਤਾ। ਮਨ ਦੇ ਵਿੱਚ ਤੂੰ ਡੁਲਾਏ ਮਾਨ ਨਾ ਹੋ, ਆਪਣੇ ਚਿੱਤ ਨੂੰ ਤੂੰ ਥਿਰ ਕਰਕੇ ਰੱਖਣਾ ਕਰ। ਬਚਨ ਸਾਡਾ ਮੰਨ ਲੈਣਾ ਕਰ, ਤੇਰਾ ਬਾਲ ਵੀ ਵਿੰਗਾ ਨਹੀਂ ਹੋਵੇਗਾ, ਅਸੀਂ ਤੇਰੇ ਅੰਗ ਸੰਗ ਸਹਾਈ ਹੋਣਾ ਹੈ। ਸ਼ਹਿਜ਼ਾਦੇ ਤਬ ਜੋਰੇ ਹੱਥ। ਸੁਣ ਕਰਕੇ ਸ਼ਹਿਜ਼ਾਦੇ ਨੇ ਸ਼ਰਧਾ ਵਿੱਚ ਆ ਕਰਕੇ ਹੱਥ ਜੋੜ ਦਿੱਤੇ। ਕਹੈ ਪ੍ਰਤੀਤ ਮੁਝੇ ਪ੍ਰਭ ਨਾਥਾ। ਕਹਿੰਦਾ ਸਤਿਗੁਰੂ ਮਹਾਰਾਜ ਆਪ ਜੀ ਦੇ ਉੱਤੇ ਮੈਨੂੰ ਦ੍ਰਿੜ ਵਿਸ਼ਵਾਸ ਹੈ, ਪੂਰਾ ਭਰੋਸਾ ਹੈ। ਤਬ ਸ੍ਰੀ ਗੁਰ ਮੰਜੀ ਤਹਿ ਦੀਨੀ। ਤਾਂ ਸਤਿਗੁਰੂ ਮਹਾਰਾਜ ਜੀ ਨੇ ਮੰਜੀ ਦੀ ਸਥਾਪਨਾ ਕਰਕੇ ਸਿੱਖੀ ਦਾ ਪ੍ਰਚਾਰ ਮਹਾਰਾਜ ਜੀ ਨੇ ਇਤੋਂ ਕਰਵਾਇਆ। ਮੰਜੀ ਦੇ ਕਰਕੇ ਮੰਜੀ ਦੀ ਤਾਬੇਦਾਰੀ ਦਿੱਤੀ ਹੈ ਤੇ ਕਿਹਾ ਕਿ ਇੱਥੇ ਖੁਰਮੇ ਨਗਰ ਦੇ ਵਿੱਚ, ਇਹ ਅਫਗਾਨਿਸਤਾਨ ਦੇ ਵਿੱਚ ਅੱਜ ਤਾਂ ਪਿਆਰਿਓ ਹਾਲਾਤ ਪੂਰੇ ਬਦਲ ਗਏ। ਇਹ ਕੱਟਰਵਾਦ ਜੋ ਮੁਸਲਮਾਨਾਂ ਨੇ ਪੂਰੇ ਉਹ ਇਲਾਕੇ ਨੂੰ ਤਬਾਹ ਕਰ ਦਿੱਤਾ। ਦੂਜੇ ਜੋ ਧਰਮ ਵਾਲੇ ਸਨ, ਕੀ ਹਿੰਦੂ ਕੀ ਸਿੱਖ ਕੀ ਦੂਜੇ ਜਿਹੜੇ ਹਨ ਪਰਸ਼ੀਅਨ, ਸਾਰਿਆਂ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ ਜਾਂ ਜ਼ਬਰਨ ਉਹਨਾਂ ਨੂੰ ਕਨਵਰਟ ਕਰਨਾ ਕੀਤਾ। ਲੇਕਿਨ ਕਿਸੇ ਜ਼ਮਾਨੇ ਦੇ ਵਿੱਚ ਉਹ ਸਿੱਖੀ ਦਾ ਧੁਰਾ ਹੋਇਆ ਕਰਦਾ। ਬਹੁਤਾਤ ਦੇ ਵਿੱਚ ਅਣਗਿਣਤ ਉਥੋਂ ਸਿੱਖੀ ਜਿਹੜੀ ਹੈ ਪ੍ਰਫੁੱਲਤ ਹੋਈ ਸੀ। ਸਤਿਗੁਰੂ ਮਹਾਰਾਜ ਜੀ ਨੇ ਪੂਰੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਦਾ ਜ਼ਿੰਮਾ ਦਿੱਤਾ। ਆਪ ਚਲਣ ਕੀ ਮਨਸ਼ਾ ਕੀ। ਫਿਰ ਆਪ ਚੱਲਣ ਦੀ ਮਹਾਰਾਜ ਜੀ ਨੇ ਮਨਸ਼ਾ ਜ਼ਾਰੀ ਕਰਨੀ ਕੀਤੀ। ਸ਼ਹਿਜ਼ਾਦਾ ਨਿਜ ਸਦਨ ਸਿਧਾਰਾ। ਸ਼ਹਿਜ਼ਾਦਾ ਆਪਣੇ ਘਰ ਨੂੰ ਚੱਲ ਗਿਆ। ਲੈਨੇ ਹੇਤ ਸਰਬ ਪਰਿਵਾਰ। ਆਪਣਾ ਸਾਰਾ ਪਰਿਵਾਰ ਲੈਣ ਦੇ ਵਾਸਤੇ। ਸਭ ਕੋ ਬਸਿਓ ਜਾਏ ਤਹਿ ਥਾਨਾ। ਕਵੀਰਾਜ ਜੀ ਕਹਿੰਦੇ ਉਦੋਂ ਤੋਂ ਭਾਈ ਮਰਦਾਨੇ ਦੀ ਬਾਂਸ ਖੁਰਮੇ ਨਗਰ ਦੇ ਵਿੱਚ ਵਸਦੀ
ਵਸਦੀ ਹੈ। ਬਧੀ ਮੰਨਤਾ ਬੰਸ਼ ਮਹਾਨਾ, ਵੰਸ਼ ਦੇ ਵਿੱਚ ਬਹੁਤ ਜ਼ਿਆਦੀ ਉਹਦੀ ਮਨੌਤ ਮਨਤਾ ਜਿਹੜੀ ਹੈ ਵੱਧ ਗਈ ਹੈ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਧੇ ਮਰਦਾਨਾ ਮਰਨ ਸ਼ਹਿਜ਼ਾਦੇ ਕੋ ਪ੍ਰਸੰਗ ਵਰਣਨੰ ਨਾ 35ਵਾਂ ਅਧਿਆਇ। ਇੱਥੇ ਪਿਆਰਿਓ ਉੱਤਰਾਰਧ ਦਾ 35ਵਾਂ ਅਧਿਆਇ ਉਹਦੀ ਸਮਾਪਤੀ ਹੋਈ ਹੈ। ਨਾਲ ਪਿਆਰਿਓ ਤਖਤ ਸਾਹਿਬ ਵੱਲੋਂ ਪ੍ਰਬੰਧਕਾਂ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤਾਂ ਦੀ ਰਿਹਾਇਸ਼ ਵਾਸਤੇ ਤਖਤ ਸਾਹਿਬ ਜੀ ਦੇ ਪ੍ਰਬੰਧਕਾਂ ਵੱਲੋਂ ਬਹੁਤ ਵੱਡਾ ਜੋ ਹੈ ਆਲੀਸ਼ਾਨ ਸਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇੱਕ ਕਮਰੇ ਦੀ ਭੇਟਾ 15 ਲੱਖ ਰੁਪਏ ਇਹਨਾਂ ਨੇ ਰੱਖਣਾ ਕੀਤਾ। ਇਹੋ ਜਿਹੇ 615 ਕਮਰੇ ਇਸ ਸਰਾਂ ਦੇ ਵਿੱਚ ਮਾਤਾ ਗੁਜਰੀ ਜੀ ਕੰਪਲੈਕਸ ਦੇ ਵਿੱਚ 4 ਸਾਹਿਬਜ਼ਾਦਿਆਂ ਦੇ ਨਾਂ ਤੋਂ ਇੱਕ ਟਾਵਰ ਬਣਾ ਕਰਕੇ ਇਹ ਬਹੁ ਮੰਜ਼ਲਾ ਇਮਾਰਤ ਜਿਹਦੇ ਵਿੱਚ ਸੰਗਤਾਂ ਦੇ ਪ੍ਰਬੰਧ ਵਾਸਤੇ ਰਿਹਾਇਸ਼ ਵਾਸਤੇ ਕਮਰੇ ਬਣਾਏ ਜਾਣਗੇ। ਇਹਦਾ ਪੂਰਾ ਖਰਚ ਜਿਹੜਾ 110 ਕਰੋੜ ਦਾ ਤੇ ਨਾਲ 40 ਕਰੋੜ ਦੀ ਲਾਗਤ ਲਾ ਕਰਕੇ ਬਹੁਤ ਵੱਡਾ ਆਲੀਸ਼ਾਨ ਸਕੂਲ ਬਣਾਇਆ ਜਾਵੇਗਾ। ਸੋ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਜੋ ਵਿਕਾਸ ਦੇ ਕਾਰਜ ਚੱਲ ਰਹੇ ਹਨ ਇਹਦੇ ਵਿੱਚ ਆਪਣਾ ਦਸਵੰਧ ਜਮ੍ਹਾਂ ਕਰਵਾ ਕਰਕੇ ਆਪਣੀ ਸੇਵਾ ਪ੍ਰਾਪਤ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म ਅਘਨਾਸ, हे पूरन हे सर्व मैं दुख भंजन गुणतास। हे संगी हे निरंकार हे निर्गुण सब टेका। हे गोबिंद हे गुण निधान जाकै सदा विवेक। हे अपरंपर हर हरे है पी होवन हार। हे संतां कै सदा संग निधारा आधार। हे ठाकुर हों दासरो मैं निर्गुण गुण नहीं कोय। नानक दीजै नाम दान राखों हियै परोए। आए प्रभ शरणागति कृपा निध दयाल। एक है चढ़ै सो उतरै पार। जो शरधा कर सेवंदे गुर पार उतारण हार। कथा निता प्रत होत है सुनहो सो सिंह सुजान। नानक गुरु गोबिंद सिंह जी सदा करै कल्याण। नानक गुरु गोबिंद सिंह जी सदा करै कल्याण। एक ओंकार सतनाम ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਸੀ ਪੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ। ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਾਲ ਕੀ
ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ। ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਲ